84 ਦੇ ਵਿੱਚ ਨਵੰਬਰ 'ਚ ਜਾ ਕੇ ਸਿੱਖਾਂ ਦੀ ਨਸਲਕੁਸ਼ੀ ਹੋ ਜਾਂਦੀ ਹੈ ਤੇ 85 'ਚ ਤੁਸੀਂ ਉਸ ਥਾਂ ਤੋਂ ਇਲੈਕਸ਼ਨ ਲੜਦਾ ਤੁਹਾਡਾ ਪਰਿਵਾਰ ਜਿੱਥੇ ਸੰਤਾਂ ਦਾ ਜਨਮ ਹੁੰਦਾ ਹੈ। ਉਦੋਂ ਇਹ ਕਦੇ ਲੱਗਿਆ ਨਹੀਂ ਕਿ ਜਿਸ ਕਾਂਗਰਸ ਪਾਰਟੀ ਨੇ ਸਭ ਕੁਝ ਕੀਤਾ ਉਸੇ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ? ਆਪਰੇਸ਼ਨ ਬਲੂ ਸਟਾਰ ਦਾ ਤੁਹਾਡੇ ਤੇ ਨਿੱਜੀ ਤੌਰ ਤੇ ਕੀ ਅਸਰ ਹੈ? ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਤਸਵੀਰ ਦੇਖਦੇ ਹੋ, ਤੰਗ ਨਹੀਂ ਕਰਦੀ ਤੁਹਾਨੂੰ? ਕਰਦੀ ਹੈ, ਤਕਲੀਫ ਦਿੰਦੀ ਹੈ। ਜਿਹੜੇ ਉਕਸਾਉਣ ਵਾਲੇ ਆ ਉਹ ਵੱਡੇ ਦੋਸ਼ੀ ਆ, ਉਹ ਦੋਸ਼ੀ ਗਰਦਾਨਿਆ ਗਿਆ ਹੈ। ਇੰਦਰਾ ਗਾਂਧੀ ਦਾ ਦੋਸ਼ ਘੱਟ ਆ, ਉਹਨਾਂ ਦਾ ਵੱਧ ਆ। ਇੰਦਰਾ ਗਾਂਧੀ ਦਾ ਦੋਸ਼ ਇਹ ਆ ਵੀ ਹਾਕਮ ਸੀ। ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ, ਮੈਂ ਇਹ ਕਹਿਣਾ ਨਾ, ਇਹ ਤਾਂ ਕੋਈ RSS ਦਾ ਨਹੀਂ ਸੀਗਾ। ਇਹ ਭਾਜਪਾ ਦੀ ਰਾਜੀਵ ਗਾਂਧੀ ਦਾ ਬਿਆਨ ਆਉਂਦਾ ਹੈ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਜਦੋਂ ਮੈਨੂੰ ਲੱਗਦਾ ਵੀ ਇਹ ਬਿਆਨ ਜਿਹੜਾ ਸੀ ਉਹਦਾ ਵੀ ਇਹ ਕੋਈ ਵਿਰੋਧ ਵਾਲਾ ਬਿਆਨ ਨਹੀਂ ਕਹਿ ਸਕਦੇ। ਪਰ ਰਾਜੀਵ ਗਾਂਧੀ ਦੇ ਉੱਤੇ ਤੁਸੀਂ ਆ ਕੇ ਕਹਿੰਦੇ ਹੋ ਕਿ ਨਹੀਂ, ਇਹ ਬਿਆਨ ਸ਼ਾਇਦ ਇਮੋਸ਼ਨ ਚੋਂ ਦਿੱਤਾ ਬਿਆਨ ਸੀਗਾ। ਪੂਰੀ ਕੌਮ ਮੰਨਦੀ ਹੈ ਕਿ ਸ਼ਰਮਨਾਕ ਹੈ ਇੱਕ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਬਿਆਨ ਨਹੀਂ ਦੇ ਸਕਦਾ। ਮੈਂ ਪਹਿਲਾਂ ਹੀ ਕਿਹਾ, ਮੈਂ ਉਹਦਾ ਪੱਖ ਨਹੀਂ ਲੈ ਰਿਹਾ। ਮੈਂ ਤੁਹਾਨੂੰ ਇੱਕ ਵੈਸੇ ਇਹ ਗੱਲ ਦੱਸ ਰਿਹਾ ਵੀ ਜਦੋਂ ਕਿਸੇ ਦੀ ਮਾਂ ਮਰ ਜਾਂਦੀ ਹੈ ਉਹਦੇ ਮੂੰਹੋਂ ਇਹੋ ਜਿਹੇ ਸ਼ਬਦ ਨਿਕਲ ਗਏ, ਸੁਭਾਵਿਕ ਹੈ, ਇਹਨੂੰ ਕੋਈ ਬਹੁਤਾ ਵੱਡਾ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ। ਇਹਨੂੰ ਪੋਲੀਟੀਕਲ ਤੌਰ ਤੇ ਇਹਨੂੰ ਉਭਾਰਿਆ ਗਿਆ। ਤਾਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਇੰਦਰਾ ਗਾਂਧੀ ਜਾਣ ਲੱਗੀ ਘਰੋਂ ਤਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਹਾਂ ਵੀ ਮੇਰੇ PSO ਕਿੱਥੇ ਨੇ, ਸਰਦਾਰ ਸੀ ਜਿਹੜੇ, ਤਾਂ ਉਹ ਕਹਿੰਦੇ ਜੀ ਉਹਨਾਂ ਨੂੰ ਸਾਨੂੰ ਆ ਇੱਕ ਖਬਰ ਮਿਲੀ ਆ, ਇਹ ਰਿਪੋਰਟ ਆ ਅੰਦਰੂਨੀ ਕਿ ਤੁਹਾਡੇ ਤੇ ਅਟੈਕ ਹੋ ਸਕਦਾ ਤੁਹਾਡੇ ਪਰਸਨਲ ਸਿਕਿਉਰਿਟੀ ਗਾਰਡ ਵੱਲੋਂ। ਉਹ ਕਹਿੰਦੀ ਨਹੀਂ, ਮੈਂ ਜਿੰਨਾ ਚਿਰ ਉਹ ਨਹੀਂ ਆਉਂਦੇ ਮੈਂ ਜਾਣਾ ਨਹੀਂ। ਇੱਕ ਭਰੋਸਾ ਵੀ ਸੀ ਸਿੱਖਾਂ ਤੇ ਬਹੁਤ ਵੱਡਾ, ਆਲਾ ਦੁਆਲਾ ਉਹਨਾਂ ਦਾ ਜਿਹੜਾ ਘੇਰਾ ਸੀ। ਮੈਂ ਬਹੁਤ ਸਾਰੀਆਂ ਬਲੈਕ ਐਂਡ ਵਾਈਟ ਫੋਟੋ ਦੇਖੀਆਂ, ਉਸ ਟਾਈਮ ਬਲੈਕ ਐਂਡ ਵਾਈਟ ਹੀ ਕੈਮਰੇ ਹੁੰਦੇ ਸੀ, ਤਾਂ ਬਹੁਤ ਸਾਰੇ ਜਿਹੜੇ ਸਿਕਿਉਰਿਟੀ ਗਾਰਡ ਹਮੇਸ਼ਾ ਸਰਦਾਰ ਹੀ ਹੁੰਦੇ ਸੀ ਨਾਲ। ਤੇ ਸਰਦਾਰਾਂ ਦੇ ਕਿਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ RSS BJP ਨੇ ਦੋਨੇ ਪਾਸਿਓਂ। ਹਮਲਾ ਵੀ ਕਰਵਾਇਆ ਪ੍ਰੈਸ਼ਰ ਪਾ ਕੇ ਕਿ ਕਿਉਂਕਿ ਫਿਰ ਸਾਰੀ ਜ਼ਿੰਦਗੀ ਲਈ ਨਾ ਤਾਂ ਬਾਦਲ ਕਦੇ ਪੰਜਾਬ 'ਚ ਆ ਸਕਦੇ ਸੀ, ਨਾ BJP ਦਾ ਪੈਰ ਪੈਣਾ ਸੀ। ਕੌਣ ਲੋਕ ਸੀ ਜਿਨ੍ਹਾਂ ਨੂੰ ਸੰਤਾਂ ਦੀ ਸ਼ਖਸੀਅਤ ਤੋਂ ਖਤਰਾ ਸੀ? ਕੌਣ ਲੋਕ ਸੀ ਜਿਹੜੇ ਸੰਤਾਂ ਦੇ ਸਿੱਖ ਆਗੂ ਹੋਣ ਦੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਤੋਂ ਬਾਅਦ ਸਾਡੀ ਵਾਰੀ ਤਾਂ ਆਉਣੀ ਨਹੀਂ, ਜਿੰਨਾ ਚਿਰ ਸੰਤ ਜਿਉਂਦੇ ਆ ਸਾਨੂੰ ਸਿੱਖਾਂ ਨੇ ਕਬੂਲ ਨਹੀਂ ਕਰਨਾ? ਉਹ ਕੌਣ ਲੋਕ ਸੀ ਜਿਹੜੇ ਦਿੱਲੀ ਧਵਨ ਨੂੰ ਚਿੱਠੀਆਂ ਲਿਖਦੇ ਰਹੇ ਕਿ ਅਟੈਕ ਕਰੋ, ਹਮਲਾ ਕਰੋ ਦਰਬਾਰ ਸਾਹਿਬ ਤੇ ਫਿਰ ਗੱਲ ਬਣੂ? ਕਿਹੜੇ ਕਿਹੜੇ ਸਿੱਖ ਆਗੂ ਸੀਗੇ ਉਹ? ਪਰ ਤੁਹਾਨੂੰ ਇਹ ਲੱਗਦਾ ਕਿ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਨਹੀਂ ਹੋਣੀ ਚਾਹੀਦੀ ਸੀ? ਨਹੀਂ, ਮੈਂ ਤਾਂ ਨਹੀਂ ਮੰਨਦਾ ਨਹੀਂ ਹੋਣੀ ਚਾਹੀਦੀ ਸੀ। ਮੇਰੀ ਪਾਰਟੀ ਦਾ ਇੱਕ ਬਹੁਤ ਵੱਡਾ ਆਗੂ, ਉਹਨੇ 4 ਦਿਨ ਪਹਿਲਾਂ ਮੈਨੂੰ ਇਹ ਸਵਾਲ ਕੀਤਾ ਕਿ ਤੂੰ ਜਦੋਂ ਤੇਰੀ ਵਲਟੋਹੇ ਨਾਲ ਬਹਿਸ ਹੋਈ ਆ ਤੇ ਤੂੰ ਉੱਥੇ ਕਿਹਾ ਵੀ ਇੰਦਰਾ ਗਾਂਧੀ ਮੁਰਦਾਬਾਦ, ਤੈਨੂੰ ਕਹਿਣਾ ਨਹੀਂ ਚਾਹੀਦਾ ਸੀ। ਮੈਂ ਕਿਹਾ ਮੈਂ ਐਂ ਨਹੀਂ ਕਿਹਾ, ਮੈਂ ਇਹ ਗੱਲ ਕਹੀ ਸੀ ਵੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਾਲੇ ਚਾਹੇ ਉਹ ਇੰਦਰਾ ਗਾਂਧੀ ਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਕੋਈ ਹੋਰ ਆਗੂ ਆ, ਜਿਨ੍ਹਾਂ ਨੇ ਕਰਵਾਇਆ ਸਾਰੇ ਮੁਰਦਾਬਾਦ ਆ। ਮੈਂ ਹੁਣ ਫਿਰ ਕਹਿੰਦਾ ਸਾਰੇ ਮੁਰਦਾਬਾਦ ਆ। ਦਰਬਾਰ ਸਾਹਿਬ ਵੱਲ ਝਾਕਣ ਦੀ ਵੀ ਜ਼ਰੂਰਤ ਕਿਵੇਂ ਪੈ ਗਈ? ਮਾੜੀ ਅੱਖ ਨਾ ਯਾਰ ਕਿਸੇ ਦੀ। ਤੁਹਾਡੀ ਪਾਰਟੀ ਦੇ ਇੱਕ ਵਿਅਕਤੀ ਨੇ ਵਿਰੋਧ ਕਰਤਾ ਕਿ ਤੁਸੀਂ ਜਦੋਂ ਆਪਣੇ ਪੋਲੀਟੀਕਲ ਪੋਸਟਰਸ ਵੀ ਬਣਵਾਉਂਦੇ ਹੋ ਤਾਂ ਸੰਤਾਂ ਦੀ ਫੋਟੋ ਲਾਉਣੇ ਹੋ ਉਹਦੇ ਤੇ। ਜਿਹੜੇ ਤੁਸੀਂ ਕਾਂਗਰਸੀ ਦੀ ਗੱਲ ਕਰਦੇ ਹੋ ਉਹ ਫੇਲ ਹੋਏ ਵੀ ਬੰਦੇ, ਨਕਾਰੇ ਹੋਏ, ਹਰ ਸਮਾਜ ਵੱਲੋਂ ਨਕਾਰੇ ਹੋਏ ਲੋਕ ਨੇ। ਉਹਨਾਂ ਲੋਕਾਂ ਦੀ ਕੀ ਪਰਵਾਹ ਕਰਨੀ? ਉਹਨਾਂ ਲੋਕਾਂ ਦਾ ਨਾਂ ਵੀ ਨਹੀਂ ਲੈਣਾ ਬਣਦਾ। ਥੱਲੇ ਲਿਖਣਗੇ ਹੁਣ ਤੁਹਾਡੀ ਸਰਕਾਰ ਸੀ, ਤੁਸੀਂ ਉਦੋਂ ਸੱਤਾ ਸੀ, ਤੁਸੀਂ ਕਰ ਲੈਂਦੇ। ਉਹ ਭਾਈ ਕਰਨ ਜੋਗਾ ਨਹੀਂ ਸੀ ਕਮਲਜੀਤ ਸਿੰਘ, ਕਹਿਣ ਜੋਗਾ ਹੀ ਸੀ ਤੇ ਕਮਲਜੀਤ ਸਿੰਘ ਕਹਿੰਦਾ ਰਿਹਾ। ਜਦੋਂ ਇੱਕ ਫਿਰਕੇ ਨੂੰ ਟਾਰਗੇਟ ਕਰਕੇ ਤੁਸੀਂ ਚਾਹੁੰਦੇ ਹੋ ਖਤਮ ਕਰਨਾ ਇਹਨਾਂ ਨੂੰ, ਉਹ ਨਸਲਕੁਸ਼ੀ ਹੁੰਦੀ ਆ। ਕਾਂਗਰਸ ਦਾ ਰੋਕ ਸਕਦੀ ਸੀ। ਕਾਂਗਰਸ ਦਾ ਕਸੂਰ ਇਹ ਆ ਵੀ ਇਹਨਾਂ ਨੇ ਰੋਕਿਆ ਨਹੀਂ। ਇਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਸਾਡੀ ਤਾਂ ਮਾਂ ਮਰ ਗਈ ਆ, ਅੰਦਰ ਵੜ ਕੇ ਬੈਠ ਗਏ ਸਾਰੇ, ਉਹਦੇ ਅਫਸੋਸ 'ਚ ਬੈਠ ਗਏ। ਕਾਂਗਰਸ ਪਾਰਟੀ ਦੇ ਮੱਥੇ ਤੇ ਦਾਗ ਹੈ ਆਪਰੇਸ਼ਨ ਬਲੂ ਸਟਾਰ ਦਾ, 84 ਦਾ, ਉਸ ਨਸਲਕੁਸ਼ੀ ਦਾ ਜੋ ਚੁਣ ਕੇ ਸਿੱਖ ਦਿੱਲੀ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਮਾਰੇ। ਪਰ ਅੱਜ ਇੱਕ ਐਸੇ ਕਾਂਗਰਸੀ ਆਗੂ ਦੇ ਨਾਲ ਮਿਲਾਉਣ ਜਾ ਰਿਹਾ ਜੋ ਸਿੱਖੀ ਦੇ ਵਿੱਚ ਪੂਰਨ ਤੌਰ ਦੇ ਉੱਤੇ ਆਪਣੇ ਆਪ ਨੂੰ ਸਮਰਥ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਸ ਦੇ ਘਰ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਤੇ ਜੋ ਸੰਤਾਂ ਨੂੰ ਸੰਤ ਕਹਿ ਕੇ ਸਤਿਕਾਰ ਦੇ ਨਾਲ ਬੁਲਾਉਂਦਾ ਹੈ ਤੇ ਜਿਸ ਦੇ ਮਨ ਦੇ ਅੰਦਰ ਸੰਤਾਂ ਪ੍ਰਤੀ ਭਾਵਨਾ ਹੈ। MLA ਦਰਸ਼ਨ ਸਿੰਘ ਬਰਾੜ ਦੇ ਸਪੁੱਤਰ ਤੇ ਕਾਂਗਰਸ ਦੇ ਵੱਡੇ ਆਗੂ ਕਮਲਜੀਤ ਸਿੰਘ ਬਰਾੜ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਬਾਈ ਜੀ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ। ਬਰਾੜ ਸਾਹਿਬ, ਆਮ ਤੌਰ ਤੇ ਜਦੋਂ ਕਿਸੇ ਕਾਂਗਰਸੀ ਦਾ ਜ਼ਿਕਰ ਆਉਂਦਾ ਹੈ ਤਾਂ ਉਹ ਸੰਤਾਂ ਬਾਰੇ ਜਾਂ ਤਾਂ ਬੋਲਣ ਤੋਂ ਗੁਰੇਜ਼ ਕਰਦਾ ਹੈ ਜਾਂ ਸਤਿਕਾਰ ਨਹੀਂ ਦਿੰਦਾ। ਤੁਹਾਡੇ ਦਿਲ 'ਚ ਸੰਤਾਂ ਪ੍ਰਤੀ ਕੀ ਸਤਿਕਾਰ ਹੈ? ਦੇਖੋ, ਜਿਹੜਾ ਬੰਦਾ ਬਾਣੀ ਪੜ੍ਹਦਾ ਹੈ
ਕਮਾਈ ਕਰਦਾ ਹੈ, ਕਮਾਈਆਂ ਦੋ ਤਰ੍ਹਾਂ ਦੀਆਂ ਹੁੰਦੀਆਂ। ਇੱਕ ਦੁਨਿਆਵੀ ਕਮਾਈ ਹੁੰਦੀ ਹੈ ਜਿਹੜੀ ਅਸੀਂ ਰੋਟੀ ਪਾਣੀ ਨੂੰ ਜਾਂ ਆਪਦਾ ਜ਼ਿੰਦਗੀ ਚਲਾਉਣ ਲਈ ਕਰਦੇ ਹਾਂ। ਇੱਕ ਕਮਾਈ ਹੁੰਦੀ ਹੈ ਅਧਿਆਤਮਕ, ਉਹ ਬਾਣੀ ਪੜ੍ਹਨਾ, ਗੁਰੂ ਨਾਲ ਜੁੜਨਾ। ਜਿਹੜੇ ਲੋਕ ਉਸ ਰਸਤੇ 'ਤੇ ਤੁਰਦੇ ਆ ਉਹਨਾਂ ਨੂੰ ਤਾਂ ਜ਼ਿੰਦਗੀ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਸਾਨੂੰ ਕੋਈ ਅਧਿਕਾਰ ਨਹੀਂ। ਪਰਮਾਤਮਾ ਨਾਲ ਜਿਨ੍ਹਾਂ ਲੋਕਾਂ ਦੀ ਇੱਕਮਿਕਤਾ ਹੈ, ਪਰਮਾਤਮਾ ਦੀ ਗੱਲ ਜਾਂ ਗੁਰੂ ਦੀ ਗੱਲ, ਗੁਰਬਾਣੀ ਦਾ ਪ੍ਰਸਾਰ, ਅੰਮ੍ਰਿਤ ਦਾ ਪ੍ਰਸਾਰ ਜਾਂ ਗੁਰੂ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਂਦੇ ਆ ਜਿਹੜੇ ਲੋਕ, ਜਿਨ੍ਹਾਂ ਨੂੰ ਗੁਰੂ ਨੇ ਡਿਊਟੀਆਂ ਦਿੱਤੀਆਂ ਹੋਈਆਂ। ਇਹ ਅਸਲ ਦੇ ਵਿੱਚ ਤਾਂ ਅਸੀਂ ਜ਼ਿੰਮੇਵਾਰੀਆਂ ਨਿਭਾ ਰਹੇ ਹਾਂ ਨਾ। ਤੁਹਾਡੀ ਵੀ ਕੋਈ ਡਿਊਟੀ ਲੱਗੀ ਆ ਰੱਬ ਵੱਲੋਂ ਕਿ ਤੁਸੀਂ ਵੀ ਆਮ ਲੋਕਾਂ ਦੀ ਆਵਾਜ਼ ਚੱਕਣੀ ਆ, ਤੁਸੀਂ ਚੱਕਦੇ ਰਹੇ ਹੋ, ਤੁਸੀਂ ਉਹਦਾ ਖਮਿਆਜਾ ਵੀ ਭੁਗਤਿਆ ਹੈ। ਮੈਂ ਮਤਲਬ ਪਤਾ ਲੱਗਿਆ ਮੈਨੂੰ ਤੁਹਾਡੇ ਤੇ ਵੀ 5-7 ਪਰਚੇ ਹੋਏ ਆ ਕਿਸਾਨ ਅੰਦੋਲਨ ਦੌਰਾਨ। ਤੁਸੀਂ ਡਰੇ ਨਹੀਂ, ਡੋਲੇ ਨਹੀਂ, ਤਕੜੇ ਹੋ ਕੇ ਉਹਦਾ ਸਾਹਮਣਾ ਕੀਤਾ। ਕਿਉਂ? ਕਿਉਂਕਿ ਤੁਹਾਡੀ ਜ਼ਿੰਮੇਵਾਰੀ ਸੀ ਇੱਕ ਆਪਦੇ ਉਸ ਕਿਰਤੀ ਸਮਾਜ ਲਈ ਖੜਨ ਦੀ। ਤੁਸੀਂ ਖੜੇ ਹੋ, ਚਾਹੇ ਤੁਹਾਨੂੰ ਉਹਦਾ ਨੁਕਸਾਨ ਝੱਲਣਾ ਪਿਆ, ਤੁਹਾਡੀ ਡਿਊਟੀ ਸੀ ਨਾ ਉਹ। ਇਸੇ ਤਰ੍ਹਾਂ ਜਿਨ੍ਹਾਂ ਲੋਕਾਂ ਦੀਆਂ ਡਿਊਟੀਆਂ ਪ੍ਰਚਾਰ ਦੀਆਂ, ਗੁਰੂ ਦੀ ਗੱਲ ਕਰਨ ਦੀਆਂ, ਉਹ ਡਿਊਟੀਆਂ ਮਾਲਕ ਵੱਲੋਂ ਲੱਗੀਆਂ ਹੋਈਆਂ। ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਨਿੰਦੀਏ ਜਾਂ ਗੁਰੂ ਦੀ ਗੱਲ ਕਰਨ ਵਾਲਿਆਂ ਦੇ ਉਲਟ ਖੜੇ ਹੋਈਏ। ਜੇ ਅਸੀਂ ਉਹਨਾਂ ਦੇ ਨਾਲ ਨਹੀਂ ਖੜ ਸਕਦੇ, ਅਸੀਂ ਉਹਨਾਂ ਦੇ ਵਿਰੋਧ ਨਹੀਂ ਕਰਨਾ ਚਾਹੀਦਾ। ਸੋ ਉਹ ਕਮਾਈ ਵਾਲੇ ਮਹਾਂਪੁਰਸ਼ ਸੀਗੇ। ਉਹਨਾਂ ਨੇ ਇੱਕ ਚੇਟਕ ਲਾਈ ਸੀ ਸਾਡੇ ਪੰਜਾਬ ਦੀ ਜਵਾਨੀ ਨੂੰ। ਮੈਂ ਉਦੋਂ ਬਹੁਤ ਛੋਟਾ ਸੀ ਜਦੋਂ ਇਹ ਵਾਕਿਆਤ ਹੋਏ ਆ, ਅਤੇ ਮੈਂ ਦੇਖਦਾ ਸੀ ਸਾਡੇ ਪਿੰਡ ਦੇ ਜਿਹੜੇ ਬਹੁਤ ਸਾਰੇ ਲੋਕ ਕੋਨੇ ਮੋਨੇ ਸੀਗੇ, ਉਹਨਾਂ ਨੇ ਦਸਤਾਰਾਂ ਸਜਾ ਲਈਆਂ। ਹਾਲਾਂਕਿ ਉਹ ਪੂਰਨ ਸਿੱਖੀ ਸਰੂਪ 'ਚ ਨਹੀਂ ਸੀ ਹਾਲੇ ਆਏ, ਅਤੇ ਪ੍ਰਭਾਵ ਇੰਨਾ ਸੀਗਾ ਉਹਨਾਂ ਦੇ ਬੋਲਾਂ ਦਾ, ਉਹਨਾਂ ਦੇ ਸ਼ਬਦਾਂ ਦਾ, ਅਤੇ ਅਸਰ ਹੁੰਦਾ ਸੀ ਹਰੇਕ ਬੰਦੇ 'ਤੇ ਜਿਹੜਾ ਉਹਨਾਂ ਨੂੰ ਸੁਣ ਲੈਂਦਾ ਸੀ। ਅਤੇ ਉਦੋਂ ਲਹਿਰ ਬੜੀ ਵੱਡੀ ਤੌਰ 'ਤੇ ਲਹਿਰ ਖੜੀ ਹੋ ਗਈ ਸੀ ਪੰਜਾਬ ਦੇ ਵਿੱਚ। ਪੰਜਾਬ ਤੱਕ ਹੀ ਪੂਰੀ ਦੁਨੀਆ 'ਚ ਲਹਿਰ ਖੜੀ ਹੋ ਗਈ ਸੀ, ਡਾਂਕਾ ਵੱਜਦਾ ਸੀ ਉਹਨਾਂ ਦੇ ਨਾਮ ਦਾ। ਅਤੇ ਅਸੀਂ ਬਹੁਤ ਛੋਟੇ ਸੀ। ਅਫਸੋਸ ਵੀ ਹੋਇਆ ਉਦੋਂ ਕਿ ਵੀ ਇਹ, ਕਿਉਂਕਿ ਜ਼ਿਆਦਾ ਜਾਣਕਾਰੀ ਨਹੀਂ ਸੀ। ਮੈਂ 5 ਸਾਲ ਦਾ 4 ਸਾਲ ਦਾ ਸੀ ਉਦੋਂ, ਅਤੇ ਮੈਨੂੰ ਐਂ ਸੀ ਕਿ ਵੀ ਕੋਈ 2 ਸਾਲ ਬਾਅਦ ਜਦੋਂ ਥੋੜ੍ਹੀ ਜਿਹੀ ਸੰਭਲ ਆਏ, ਵੀ ਐਂ ਪਤਾ ਲੱਗਿਆ ਵੀ ਆਹ ਕਾਰਨਾਮਾ ਹੋਇਆ, ਵਾਪਰਿਆ ਇਸ ਤਰ੍ਹਾਂ, ਅਤੇ ਮਨ ਨੂੰ ਤਕਲੀਫ ਜੀ ਹੋਈ ਕਿ ਯਾਰ ਇਹੋ ਜਿਹੇ ਲੋਕ ਨਹੀਂ ਜਾਣੇ ਚਾਹੀਦੇ ਦੁਨੀਆ ਤੋਂ। ਤਾਂ ਇੱਕ ਇਹ ਵੀ ਇੱਕ ਵਿੱਚ ਧਾਰਨਾ ਜੀ ਬਣ ਗਈ ਸੀ ਕਿ ਸੰਤ ਜਿਉਂਦੇ ਆ। ਤਾਂ ਉਦੋਂ ਇਹ ਮਨ ਨੂੰ ਕਦੇ ਕਦੇ ਹੁਲਾਰਾ ਜਿਹਾ ਮਿਲਣਾ ਵੀ ਹਾਂ ਯਾਰ ਜਿਉਂਦੇ ਆ, ਜੇ ਪਾਸੇ ਹੋ ਗਏ ਹੁਣ ਚੰਗਾ ਹੈ, ਜਿਉਂਦੇ ਹੁਣ ਤਾਂ ਫਿਰ ਵਾਪਸ। ਤੁਸੀਂ ਪੋਸਟਰਾਂ ਤੇ ਤਸਵੀਰਾਂ ਵੀ ਲਾਉਂਦੇ ਰਹੇ ਹੋ। ਪਿੱਛੇ ਜੇ ਇੱਕ ਤੁਹਾਡਾ ਰੌਲਾ ਵੀ ਪਿਆ, ਤੁਹਾਡੀ ਪਾਰਟੀ ਦੇ ਇੱਕ ਵਿਅਕਤੀ ਨੇ ਵਿਰੋਧ ਕਰਤਾ ਕਿ ਤੁਸੀਂ ਜਦੋਂ ਆਪਣੇ ਪੋਲੀਟੀਕਲ ਪੋਸਟਰਸ ਵੀ ਬਣਵਾਉਂਦੇ ਹੋ ਤਾਂ ਸੰਤਾਂ ਦੀ ਫੋਟੋ ਲਾਉਣੇ ਹੋ ਉਹਦੇ ਤੇ। ਉਹ ਸੰਤਾਂ ਦੇ ਪਿੰਡ ਦੀ ਗੱਲ ਸੀਗੀ। ਜਿਵੇਂ ਅਸੀਂ ਸਾਡੇ ਹਲਕੇ 'ਚ ਪੈਂਦਾ ਪਿੰਡ ਬਾਘੇ ਪੁਰਾਣੇ 'ਚ ਪੈਂਦਾ ਰੋਡੇ ਪਿੰਡ, ਜਿਹੜਾ ਜਨਮ ਭੂਮੀ ਆ ਸੰਤਾਂ ਦੀ। ਅਤੇ ਜਦੋਂ ਅਸੀਂ ਹਰੇਕ ਪਿੰਡ ਦਾ ਦੱਸ ਰਹੇ ਸੀ ਵੀ ਇਸ ਪਿੰਡ 'ਚ ਇੰਨੀਆਂ ਸੜਕਾਂ ਬਣੀਆਂ, ਇੰਨੀ ਗ੍ਰਾਂਟ ਇਸ ਪਿੰਡ ਨੂੰ ਦਿੱਤੀ ਹੈ ਅਤੇ ਇੰਨੇ ਕੰਮ ਹੋਏ ਆ, ਉਹਦੇ ਮੁਤਾਬਕ ਜਦੋਂ ਰੋਡੇ ਪਿੰਡ ਦੀ ਗੱਲ ਕਰਨੀ ਸੀ, ਸੁਭਾਵਿਕ ਆ ਜਦੋਂ ਉਸ ਧਰਤੀ ਦੀ ਗੱਲ ਹੋਣੀ ਜਿੱਥੇ ਮਰਦੇ ਮੁਜਾਹਿਦ ਪੈਦਾ ਹੋਇਆ, ਤਾਂ ਸਾਡਾ ਫਰਜ਼ ਹੀ ਬਣਦਾ ਸੀ ਉਹਦੇ 'ਚ ਕੋਈ ਅਸੀਂ ਜਿਹੜੇ ਤੁਸੀਂ ਕਾਂਗਰਸੀ ਦੀ ਗੱਲ ਕਰਦੇ ਹੋ, ਉਹ ਫੇਲ ਹੋਏ ਵੀ ਬੰਦੇ, ਨਕਾਰੇ ਹੋਏ, ਹਰ ਸਮਾਜ ਵੱਲੋਂ ਨਕਾਰੇ ਹੋਏ ਲੋਕ ਨੇ। ਉਹਨਾਂ ਲੋਕਾਂ ਦੀ ਕੀ ਪਰਵਾਹ ਕਰਨੀ, ਉਹਨਾਂ ਲੋਕਾਂ ਦਾ ਨਾਂ ਵੀ ਨਹੀਂ ਲੈਣਾ ਬਣਦਾ। ਸੋ ਇਹ ਛੋਟੀਆਂ ਗੱਲਾਂ ਹੈ। ਹਾਂ, ਦਿਲ ਦੇ ਵਿੱਚ ਸਤਿਕਾਰ ਆ, ਉਹਦੇ 'ਚ ਦਿਖਾਉਣ ਦੀ ਵੀ ਲੋੜ ਨਹੀਂ। ਅਤੇ ਨਾਲੇ ਸਾਨੂੰ ਇਸ ਗੱਲ ਦਾ ਕੋਈ ਭੈ ਨਹੀਂ ਹੈ ਕਿਸੇ ਦਾ ਕਿ ਅਸੀਂ, ਕਿਉਂਕਿ ਸੰਤਾਂ ਨੇ ਅੱਜ ਤੱਕ ਕੋਈ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਐਸਾ ਸ਼ਬਦ ਵਰਤਿਆ ਹੋਵੇ ਜਾਂ ਕਿਸੇ ਹੋਰ ਧਰਮ ਦੇ ਨੂੰ, ਆਪਦੇ ਧਰਮ ਦੀ ਛੱਡੋ, ਜਾਂ ਕਿਸੇ ਹੋਰ ਦੇ ਧਰਮ ਦੇ ਨੂੰ ਖਤਰਾ ਵੀ ਪੈਦਾ ਹੋਇਆ ਹੋਵੇ। ਰਾਖੀ ਕੀਤੀ ਹੈ ਲੋਕਾਂ ਦੀ ਉਹਨਾਂ ਨੇ। ਅਸੀਂ ਮਹਿਫੂਜ਼ ਸੀ ਸਾਰੇ ਲੋਕ, ਪੰਜਾਬੀ ਮਹਿਫੂਜ਼। ਆਪਰੇਸ਼ਨ ਬਲੂ ਸਟਾਰ ਦਾ ਤੁਹਾਡੇ ਤੇ ਨਿੱਜੀ ਤੌਰ ਤੇ ਕੀ ਅਸਰ ਹੈ? ਜਦੋਂ ਮੈਂ ਆਪਰੇਸ਼ਨ ਬਲੂ ਸਟਾਰ ਦਾ, ਜਦੋਂ 92 ਦੇ ਵਿੱਚ ਅਸੀਂ MLA ਬਣੇ ਆ, ਪਹਿਲਾਂ ਮੈਂ ਚੰਡੀਗੜ੍ਹ ਚਲਾ ਗਿਆ, ਚੰਡੀਗੜ੍ਹ ਪੜ੍ਹਨ ਗਿਆ 1992 'ਚ। ਮੈਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਬਹੁਤ ਛੋਟੇ ਸੀ, ਅਤੇ ਪੜ੍ਹਦੇ ਸੀਗੇ, ਦੇਖਦੇ ਸੀ, ਸੁਣਦੇ ਸੀ ਜੋ ਆਲੇ ਦੁਆਲੇ। ਉਦੋਂ ਇੰਨਾ ਮੀਡੀਆ ਵੀ ਹੈ ਨਹੀਂ ਸੀ, TV ਵੀ ਹੈ ਨਹੀਂ ਸੀ। ਪਿੰਡ ਦੇ ਵਿੱਚ ਰਹਿੰਦਾ ਸੀ ਮੈਂ, ਪਿੰਡ ਦੇ ਵਿੱਚ ਵੀ ਬਹੁਤ ਘੱਟ ਲੋਕਾਂ ਦੇ ਘਰਾਂ 'ਚ TV ਦੇਖਣ ਜਾਂਦੇ ਸੀ। 1992 ਦਾ ਮੈਂ ਉਹ ਦੌਰ ਜਦੋਂ ਦੇਖਣਾ ਕਿ ਪਾਠ ਦਾ ਭੋਗ ਲਿਖ ਕੇ ਆਉਂਦਾ ਹੁੰਦਾ ਸੀ, ਅਖਬਾਰ ਦੇ ਫਰੰਟ ਪੇਜ 'ਤੇ ਲਿਖਿਆ ਹੁੰਦਾ ਸੀ ਅੱਜ ਫਲਾਨਾ ਸਿੰਘ ਸ਼ਹੀਦ ਹੋ ਗਿਆ, ਅਤੇ ਦੂਜੇ ਪਾਸੇ ਲਿਖੇ ਹੁੰਦੇ ਸੀ ਪਾਠ ਦਾ ਭੋਗ ਫਲਾਣੇ ਸਿੰਘ ਦਾ। ਉਹ ਕੁਦਰਤੀ ਤੌਰ 'ਤੇ ਹੈ ਵਰਤਾਰਾ ਹੈ। ਮੈਨੂੰ ਨਹੀਂ ਸਮਝ ਆਉਂਦੀ ਕਿ ਮੇਰੇ ਅੰਦਰ ਕਿੱਥੋਂ ਇਹ ਚੀਜ਼ਾਂ ਆਈਆਂ ਵੀ ਮੈਂ ਕਿਸੇ ਜਿਹੇ ਪਰਿਵਾਰ ਦੇ ਵਿੱਚ, ਕਿਸੇ ਹੋਰ ਪਾਰਟੀ ਨਾਲ, ਜਿਹਨੂੰ ਅੱਜ ਕੱਲ੍ਹ ਦੇ ਜਿਹੜੇ ਰਾਜਨੀਤਿਕ ਲੋਕ ਆ ਉਹ ਕਹਿੰਦੇ ਆ ਤਾਂ ਕਾਂਗਰਸ ਤਾਂ ਸਿੱਖ ਹੀ ਹੈ ਨਹੀਂ ਗੇ, ਵੀ ਅਸੀਂ ਉਹ ਸਿੱਖ ਹਾਂ, ਜਿਵੇਂ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਅਸੀਂ ਉਹ ਸਿੱਖ ਹਾਂ। ਅਤੇ ਮੈਨੂੰ ਬੜਾ ਅਫਸੋਸ ਹੋਣਾ ਕਿ ਅੱਜ ਆਹ ਵੀ ਸ਼ਹੀਦ ਹੋ ਗਿਆ, ਅੱਜ ਫਲਾਨਾ ਸਿੰਘ ਵੀ ਸ਼ਹੀਦ ਹੋ ਗਿਆ। ਕੁਦਰਤੀ ਤੌਰ 'ਤੇ ਮੇਰੇ ਮਤਲਬ ਸਾਹਮਣੇ ਜਿਹੜੇ ਚੰਗਾ ਕੰਮ ਕਰਨ ਵਾਲੇ ਲੋਕ ਸੀ, ਮੇਰੇ ਤਾਂ ਰੋਲ ਮਾਡਲ ਉਹ ਬਣੇ ਹੋਏ ਸੀ, ਸਿੱਖ ਜਿਹੜੇ ਸੀਗੇ ਨੌਜਵਾਨ। ਉਦੋਂ ਹੀ ਇਸ ਪਾਸੇ ਨੂੰ ਤੁਰੇ, ਉਦੋਂ ਦੀ ਲਾਈਨ ਇਹ ਬਣੀ ਹੋਈ ਆ। ਕਦੇ ਕਿਉਂਕਿ ਫਿਰ ਘਰ ਦੇ ਵਿੱਚੋਂ ਗੁਰਬਾਣੀ, ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਮਿਲਿਆ, ਪਿਤਾ ਜੀ, ਦਾਦਾ ਜੀ ਸਿੱਖੀ ਨਾਲ ਜੁੜੇ ਹੋਏ ਸੀ, ਗੁਰਬਾਣੀ ਨਾਲ ਜੁੜੇ ਹੋਏ ਸੀ, ਅਤੇ ਪਿਤਾ ਜੀ, ਅਤੇ ਸਾਨੂੰ ਇੱਕ ਹਦਾਇਤ ਸੀ, ਸਾਂਝਾ ਪਰਿਵਾਰ ਸੀ, 3 ਭਰਾ ਪਿਤਾ ਜੀ ਹੋਰੀ, ਅਤੇ
9-10 ਬੱਚੇ ਸੀ ਅਸੀਂ ਭੈਣ ਭਰਾ ਸਾਰੇ। ਸਾਨੂੰ ਇੱਕ ਹਦਾਇਤ ਹੁੰਦੀ ਸੀ ਵੀ ਸਵੇਰੇ ਤੇ ਸ਼ਾਮ ਨੂੰ 2 ਟਾਈਮ ਤੁਸੀਂ ਗੁਰੂ ਸਾਹਿਬ ਦੇ ਰੂਮ 'ਚ ਜਾਣਾ ਹੈ ਤੇ ਬਾਣੀ ਪੜ੍ਹਨੀ ਹੈ। ਸਵੇਰੇ ਜਪਜੀ ਸਾਹਿਬ ਕਰਨਾ, ਮਤਲਬ ਪਹਿਲੀ ਪੌੜੀ ਤੋਂ ਲੈ ਕੇ 5 ਪੌੜੀਆਂ ਤੋਂ ਲੈ ਕੇ ਫਿਰ ਪੂਰਾ ਜਪਜੀ ਸਾਹਿਬ ਤੱਕ ਸਾਨੂੰ ਘਰ ਦੇ ਵਿੱਚੋਂ ਪ੍ਰਮਾਤਮਾ ਦੀ ਕਿਰਪਾ ਨੇ ਦਾਤ ਮਿਲ ਗਈ। ਤਾਂ ਘਰ ਦੇ ਵਿੱਚ ਪ੍ਰਕਾਸ਼ ਵੀ ਕੀਤਾ ਗੁਰੂ ਸਾਹਿਬ ਦਾ ਪ੍ਰਕਾਸ਼, ਹਾਂਜੀ ਬਿਲਕੁਲ ਗੁਰੂ ਮਹਾਰਾਜ ਪ੍ਰਕਾਸ਼ ਆ। ਇਸੇ ਕਰਕੇ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਕਰਕੇ ਇੱਥੋਂ ਤੱਕ ਪਹੁੰਚੇ ਆ, ਉਹਨਾਂ ਦੀ ਮਿਹਰ ਆ। ਤੇ ਸ਼ਾਮ ਨੂੰ ਫਿਰ ਰਹਿਰਾਸ ਸਾਹਿਬ ਦਾ ਵੇਲੇ ਫਿਰ ਪਿਤਾ ਜੀ ਨੇ ਆਪ ਸੁੱਖ ਆਸਣ ਕਰਨਾ ਹੁੰਦਾ ਸੀ, ਤਾਂ ਸਾਨੂੰ ਸਾਰਿਆਂ ਨੂੰ ਹਦਾਇਤ ਸੀ, ਭੈਣਾਂ ਨੂੰ ਵੀ ਭਰਾਵਾਂ ਨੂੰ ਵੀ ਉੱਥੇ ਜਾਣਾ ਹੈ। ਤੇ ਮੇਰੀ ਭੈਣ ਆ ਬਹੁਤ ਬਾਣੀ ਪੜ੍ਹਦੀ ਹੈ, ਇਹ ਬਾਣੀ ਨਾਲ ਜੁੜੇ ਕਰਕੇ, ਬਚਪਨ ਤੋਂ ਜੁੜੇ ਕਰਕੇ ਇੱਕ ਜਿਵੇਂ ਕਹਿੰਦੇ ਨਿਉਂ ਮਜ਼ਬੂਤ ਕੱਢੀ ਗਈ। ਤੇ ਹੁਣ ਜਿੱਡੀ ਮਰਜ਼ੀ ਬਿਲਡਿੰਗ ਬਣਾ ਲਓ ਉੱਤੇ, ਜੇ ਨਿਉਆਂ ਕੱਚੀਆਂ ਹੈ, ਨਿਉਆਂ ਨਹੀਂ ਮਜ਼ਬੂਤ, ਫਿਰ ਬਿਲਡਿੰਗਾਂ ਕਾਹਦੀਆਂ ਖੜ੍ਹਨੀਆਂ। ਅੱਜ ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਪੰਜਾਬ ਦੀ ਜਵਾਨੀ ਇੱਧਰ ਉੱਧਰ ਭਟਕ ਰਹੀ ਆ ਜਾਂ ਨਸ਼ਿਆਂ ਵੱਲ ਜਾ ਰਹੀ ਹੈ, ਤਾਂ ਉਹਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਨਿਉਂ ਨਹੀਂ ਧਰ ਪਾ ਰਹੇ ਉਹਦੀ। ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਤਸਵੀਰ ਦੇਖਦੇ ਹੋ, ਤੰਗ ਨਹੀਂ ਕਰਦੀ ਤੁਹਾਨੂੰ? ਕਰਦੀ ਆ, ਪਰ ਇਹ ਕਿਸੇ ਨੂੰ ਦੱਸਣ ਨਾਲ ਉਹਦਾ ਭਾਰ ਹਲਕਾ ਨਹੀਂ ਹੋਣਾ। ਕਰਦੀ ਹੈ, ਤਕਲੀਫ ਦਿੰਦੀ ਹੈ। ਹੁੰਦਾ ਹੈ ਕਿ ਮੇਰੇ ਪਾਤਸ਼ਾਹ ਦਾ ਘਰ ਆ, ਉਹ ਮੀਰੀ ਪੀਰੀ ਦੇ ਮਾਲਕ ਦਾ ਉਸਾਰਿਆ ਹੋਇਆ ਉਹ ਮਹਿਲ, ਸਿੱਖੀ ਦਾ ਜਿਹੜਾ ਉਹ ਢਹਿ ਢੇਰੀ ਹੋਇਆ। ਕਦੇ ਕਦੇ ਸਵਾਲ ਵੀ ਚੱਕਦੇ ਆ ਲੋਕ, ਮੀਡੀਆ ਵੀ ਚੱਕਦਾ ਹੈ। ਆਮ ਲੋਕਾਂ ਤੁਸੀਂ ਹੁਣ ਚਲਾਓਗੇ ਨਾ, ਥੱਲੇ ਆਉਣਗੇ ਬਹੁਤ ਕਮੈਂਟ ਕਿ ਤੂੰ ਉਸ ਪਾਰਟੀ 'ਚ ਆ। ਪਾਰਟੀ ਕੋਈ ਵੀ ਨਹੀਂ ਮਾੜੀ, ਮੈਂ ਅੱਜ ਵੀ ਕਹਿੰਦਾ। ਅਕਾਲੀ ਦਲ ਨੂੰ ਵੀ ਮੈਂ ਕਹਿੰਦਾ ਅਕਾਲੀ ਦਲ ਮਾੜਾ ਨਹੀਂ। ਅਕਾਲੀ ਦਲ ਸ਼ੁਰੂ ਕਿਹੜੇ ਲੋਕਾਂ ਵੇਲੇ ਹੋਇਆ, ਬਣਿਆ ਕਦੋਂ 1920 'ਚ, ਕਿਹੜੇ ਲੋਕ ਸੀ ਉਹਦੇ ਵਿੱਚ, ਕਦੋਂ ਕਿੰਨੀ ਲੰਬੀ ਕਤਾਰ ਸੀ, ਕਿੰਨੇ ਚੰਗੇ ਲੋਕਾਂ ਦੀ। ਇਹ ਤਾਂ ਉਦੋਂ ਮਾੜਾ ਹੋ ਗਿਆ ਨਾ ਜਦੋਂ ਇੱਕ ਪਰਿਵਾਰ ਦੇ ਬਾਦਲਾਂ ਦੇ ਲਾਣੇ ਦੇ ਥੱਲੇ ਆ ਗਿਆ, ਇਹਨਾਂ ਦਾ ਹੱਥ ਪੈ ਗਿਆ ਵੀ ਹੁਣ ਮਾਲਕ ਬਣ ਗਏ ਉਹਦੇ, ਤੇ ਇਹਨਾਂ ਨੇ ਮਜ਼ਬੂਤ ਕਰ ਲਿਆ ਉਹਦਾ ਹੱਥ ਉੱਤੇ। ਤੇ ਉਦੋਂ ਬਾਅਦ ਗਿਰਾਵਟ ਆਈ ਹੈ ਨਾ ਅਕਾਲੀ ਦਲ 'ਚ। ਪਾਰਟੀ ਤਾਂ ਨਹੀਂ ਮਾੜੀ। ਇਸੇ ਤਰ੍ਹਾਂ ਕਾਂਗਰਸ ਆ, ਕਾਂਗਰਸ ਵਿੱਚ ਚੰਗੇ ਲੀਡਰ ਵੀ ਬਹੁਤ ਆ। ਜੇ ਇੱਕ ਦਾ ਕੋਈ ਮਾੜਾ ਆ ਗਿਆ ਤਾਂ ਇਹਦੇ ਨਾਲ ਆਪਾਂ ਸਾਰਿਆਂ ਨੂੰ ਨਹੀਂ ਨਾ ਕਹਿ ਸਕਦੇ ਵੀ ਮਾੜੇ ਆ। ਤਕਲੀਫ ਹੁੰਦੀ ਆ ਉਸ ਚੀਜ਼ ਨੂੰ ਦੇਖ ਕੇ। ਹੈਡ ਮਾੜਾ ਹੋ ਜੇ ਨਹੀਂ, ਮੈਂ ਦੱਸਦਾ 84 ਤੇ ਮੈਂ ਸਿਮਰਨ ਬਾਈ, ਮੈਂ ਬੜੇ ਲੋਕਾਂ ਨੂੰ ਇਹ ਚੈਲੰਜ ਕੀਤਾ, ਮੈਂ ਬਾਦਲਾਂ ਨੂੰ ਵੀ ਚੈਲੰਜ ਕੀਤਾ, ਅੱਜ ਵੀ ਕਰਦਾ, ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਚੈਲੰਜ ਕਰਦਾ। 84 ਦੇ ਜਦੋਂ ਮਰਜ਼ੀ ਆਓ ਬਹਿਸ ਕਰੋ ਮੇਰੇ ਨਾਲ। ਮੈਂ ਕਾਂਗਰਸੀ ਹਾਂ, ਤੁਸੀਂ ਦੋਸ਼ ਲਾਉਂਦੇ ਹੋ ਕਿ ਕਾਂਗਰਸ ਦੋਸ਼ੀ ਆ। ਇਤਿਹਾਸ ਦਾ ਇੱਕ ਪੱਖ ਹੈ ਕਿ ਉਕਸਾਉਣ ਵਾਲੇ ਨੂੰ ਸਾਡੇ ਇਤਿਹਾਸ ਨੇ ਦੋਸ਼ੀ ਗਰਦਾਨਿਆ ਹੈ। ਚਾਹੇ ਆਪਾਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ ਕਰੀਏ, 3 ਜੂਨ ਨੂੰ ਸ਼ਹਾਦਤ ਵੀ ਆ, 5ਵੇਂ ਪਾਤਸ਼ਾਹ ਦੀ ਸ਼ਹਾਦਤ ਆ। ਬਾਣੀ ਕੇ ਬਹੁਤ ਗੁਰਬਾਣੀ ਰਚੀ ਆ ਉਹਨਾਂ ਨੇ। ਤੇ ਉਹਨਾਂ ਦੀ ਸ਼ਹਾਦਤ ਦੇ ਵਿੱਚ ਜਹਾਂਗੀਰ ਰਾਜਾ ਸੀ ਉਦੋਂ, ਚੰਦੂ ਨੂੰ ਦੋਸ਼ੀ ਗਰਦਾਨਿਆ ਗਿਆ। ਚੰਦੂ ਨੇ ਜਹਾਂਗੀਰ ਨੂੰ ਉਕਸਾਇਆ ਸੀ। 6ਵੇਂ ਪਾਤਸ਼ਾਹ ਨੇ ਪਹਿਲਾਂ ਚੰਦੂ ਨੂੰ ਸੋਧਿਆ, ਜਹਾਂਗੀਰ ਤਾਂ ਮਾਫੀਆ ਮੰਗਿਆ ਬਾਅਦ ਚ ਆ ਕੇ। ਉਕਸਾਉਣ ਵਾਲਾ ਦੋਸ਼ੀ। ਫਿਰ ਤੁਸੀਂ ਆ ਜਾਓ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸ਼ਹਾਦਤ ਹੁੰਦੀ ਆ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ। ਸੁੱਚਾ ਆਨੰਦ ਜਿਹਨੂੰ ਆਪਾਂ ਝੂਠਾ ਆਨੰਦ ਕਹਿੰਦੇ ਆ, ਉਹਨੇ ਵਜ਼ੀਰ ਖਾਨ ਨੂੰ ਸੂਬੇ ਸਰਹੰਦ ਨੂੰ ਉਕਸਾਇਆ ਕਿ ਸੱਪ ਦੇ ਬੱਚੇ ਸਪੋਲੀ ਆ, ਜੇ ਇਹ ਛੱਡ ਤੇ ਇਹਨਾਂ ਨੂੰ ਪੁੱਛੋ ਕੀ ਕਰਨਗੇ। ਜਦੋਂ ਸਾਹਿਬਜ਼ਾਦਿਆਂ ਨੂੰ ਪੁੱਛਿਆ ਗਿਆ ਤੁਸੀਂ ਸਾਨੂੰ ਛੱਡਤਾ ਤੇ ਕੀ ਕਰੋਗੇ, ਉਹ ਕਹਿੰਦੇ ਅਸੀਂ ਸਿੱਖ ਇਕੱਠੇ ਕਰਾਂਗੇ, ਤਕੜੇ ਹੋਵਾਂਗੇ, ਤੁਹਾਡੇ ਜ਼ੁਲਮ ਦੇ ਖਿਲਾਫ ਲੜਾਂਗੇ, ਜ਼ੁਲਮ ਦੀ ਜੜ ਪੱਟਾਂਗੇ। ਤਾਂ ਉਹਨੇ ਸੁੱਚਾ ਆਨੰਦ ਨੇ ਫੇਰ ਕਿਹਾ ਕਿ ਆਹ ਦੇਖੋ ਕੀ ਕਹਿੰਦੇ ਆ, ਇਹਨਾਂ ਨੂੰ ਨੀਹਾਂ 'ਚ ਚੜਾਇਆ ਜਾਣਾ ਚਾਹੀਦਾ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਅਟਨੈਟ ਖੜਕਾਈ ਆ, ਸਭ ਤੋਂ ਪਹਿਲਾਂ ਸੁੱਚਾ ਆਨੰਦ ਨੂੰ ਸੋਧਾ ਲਾਇਆ, ਉਹਦੇ ਮੁੰਡਿਆਂ ਨੂੰ, ਉਹਦੇ ਪੁੱਤਰਾਂ ਨੂੰ, ਉਹਦੇ ਪੁੱਤ ਉਹਦੇ ਉਸ ਲੜਾਈ ਦੇ ਵਿੱਚ ਉਹਨੇ ਵੱਢੇ ਆ। ਤਾਂ ਉਸ ਤੋਂ ਬਾਅਦ ਵਜ਼ੀਰ ਖਾਨ ਤੇ ਤਾਂ ਬਾਅਦ 'ਚ ਨੱਥ ਪਾ ਕੇ ਨੱਕ 'ਚ ਘੁਮਾਇਆ ਗਿਆ। ਮਤਲਬ ਉਕਸਾਉਣ ਵਾਲਾ ਦੋਸ਼ੀ। ਤੇ ਜਿਹੜੇ ਉਕਸਾਉਣ ਵਾਲੇ ਆ, ਅਡਵਾਨੀ ਹੋਰੀ, ਵਾਜਪਾਈ ਹੋਰੀ, ਉਹ ਤਾਂ ਮੰਨਦੇ ਆ, RSS ਮੰਨਦੀ ਆ। ਅਸੀਂ ਕਹਿੰਦੇ ਉਕਸਾਇਆ ਹੈ, ਇੰਦਰਾ ਗਾਂਧੀ ਅਟੈਕ ਕਰਕੇ ਰਾਜੀ ਨਹੀਂ ਸੀ, ਅਸੀਂ ਕਰਾਇਆ ਅਟੈਕ। ਹੁਣ ਸਮਝਣ ਵਾਲੀ ਗੱਲ ਹੈ ਨਾ, ਇਤਿਹਾਸ ਦਾ ਫਲਸਫਾ ਸਾਨੂੰ ਕੀ ਸੁਨੇਹਾ ਦਿੰਦਾ, ਕੀ ਸਿਖਾਉਂਦਾ, ਅਸੀਂ ਉਹਨੂੰ ਵੀ ਪੜ੍ਹਨਾ ਹੈ ਨਾ, ਤੇ ਉਹਦੇ ਤੇ ਵੀ ਤੁਰਨਾ ਹੈ ਨਾ। ਅੱਜ ਜੇ ਅਸੀਂ ਗੁਰੂਆਂ ਦੀ ਬਾਣੀ ਦੀ ਗੱਲ ਕਰਦੇ ਹਾਂ ਨਾ, ਤਾਂ ਤੁਰਦੇ ਹਾਂ ਉੱਤੇ, ਅਸੀਂ ਕਹਿੰਦੇ ਹਾਂ ਉਹਦੇ ਤੇ ਅਮਲ ਕਰੋ, ਪੜ੍ਹੋ ਨਾ ਨਿਰਾ, ਪੜ੍ਹ ਗੱਡੇ ਲੱਦੀਏ ਵੀ, ਪੜ੍ਹ ਕੇ ਗੱਡੇ ਨਾ ਲੱਦੀ ਜਾਓ, ਅਮਲ ਵੀ ਕਰੋ, ਅਮਲ ਜ਼ਰੂਰੀ ਆ। ਤਾਂ ਫਿਰ ਜਿਹੜਾ ਸਾਡਾ ਇਤਿਹਾਸ ਦਾ ਫਲਸਫਾ ਉਹ ਦੱਸਦਾ ਹੈ ਕਿ ਜਿਹੜੇ ਉਕਸਾਉਣ ਵਾਲੇ ਆ ਉਹ ਵੱਡੇ ਦੋਸ਼ੀ ਆ, ਉਹ ਦੋਸ਼ੀ ਗਰਦਾਨਿਆ ਗਿਆ ਹੈ। ਇੰਦਰਾ ਗਾਂਧੀ ਦਾ ਦੋਸ਼ ਘੱਟ ਆ, ਉਹਨਾਂ ਦਾ ਵੱਧ ਆ। ਇੰਦਰਾ ਗਾਂਧੀ ਦਾ ਦੋਸ਼ ਇਹ ਆ ਵੀ ਹਾਕਮ ਸੀ, ਉਹਨਾਂ ਦੀਆਂ ਗੱਲਾਂ 'ਚ ਤੁਹਾਡਾ ਦਿਲ ਕਹਿੰਦਾ ਹੈ ਜਾਂ ਫਿਰ ਪਾਰਟੀ 'ਚ ਰਹਿਣ ਕਰਕੇ ਤੁਹਾਨੂੰ ਡਿਫੈਂਸ ਕਰਨਾ ਪੈਂਦਾ ਹੈ? ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ ਵੀ ਮੈਂ ਸੈਂਕੜੇ ਵਾਰ ਇਹ ਗੱਲ ਹੋ ਚੁੱਕੀ ਹੈ ਕਿ ਮੈਂ ਪਹਿਲਾਂ ਜਦੋਂ ਜੰਮਿਆ ਹੈ, ਮੈਂ ਪੈਦਾ ਹੋਇਆ ਹੈ, ਤਾਂ ਮੈਂ ਇੱਕ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੈ। ਮੈਂ ਜੰਮਦਾ ਕੋਈ ਅਹੁਦੇਦਾਰ ਨਹੀਂ ਸੀ ਪਾਰਟੀ ਦਾ। ਪਾਰਟੀ ਦੇ ਵਿੱਚ ਤਾਂ ਮੈਂ 20-22 ਸਾਲ ਬਾਅਦ ਜੁਆਇਨ ਹੋਇਆ ਹੋਊਗਾ, 20 ਸਾਲਾਂ ਬਾਅਦ, 18 ਸਾਲਾਂ ਬਾਅਦ ਮੈਂ ਪਾਰਟੀ ਦੇ ਵਿੱਚ ਹੋਇਆ ਹੋਊਗਾ, ਹਿੱਸਾ ਲੈਣ ਲੱਗਿਆ ਹੋਊਗਾ। ਉਸ ਤੋਂ ਪਹਿਲਾਂ ਮੈਂ ਕੁਛ ਹੋਰ ਵੀ ਆ ਨਾ, ਅਤੇ ਮੈਂ ਉਹਨੂੰ ਜਵਾਬ ਦੇ ਹਾਂ। ਮੈਂ ਕਿਸੇ ਪੋਲੀਟੀਕਲ ਬੰਦੇ ਨੂੰ ਜਵਾਬ ਦੇ ਨਹੀਂ, ਮੈਂ ਉਹਨੂੰ ਜਵਾਬ ਦੇ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ। ਮੈਂ ਉਹਨੂੰ ਜਵਾਬ ਦੇ ਹਾਂ ਜਿਹਦੀ ਆਪਾਂ ਗੱਲ ਕਰਦੇ ਹਾਂ, ਕੋਊ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਵਾਜਾ। ਉਹਦੇ ਬਰਾਬਰ ਕੋਈ ਰਾਜਾ ਨਹੀਂ ਹਰੀ ਦੇ ਸਮਾਨ,
ਗੁਰੂ ਸਾਹਿਬ ਨੇ ਸਮਝਾਇਆ ਸਾਨੂੰ, ਸੱਚੀ ਸਰਕਾਰ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ, ਸ਼ਬਦ ਗੁਰੂ ਸਾਡਾ, ਗੁਰਬਾਣੀ ਸਾਡੀ ਗੁਰੂ, ਅਸੀਂ ਉਹਦੇ ਬਰਾਬਰ ਦਾ ਕੋਈ ਰਾਜਾ ਨਹੀਂ ਨਾ। ਇਹ ਜਿਹੜੇ ਆ ਇਹ ਭੂਪਤ ਸਭ ਦਿਵਸ ਚਾਰ ਕੇ, ਇਹ 4 ਦਿਨਾਂ ਦੇ ਪ੍ਰਾਹੁਣੇ ਆ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਅੱਜ ਕੌਣ ਅਤੇ ਕੱਲ੍ਹ ਨੂੰ ਕੌਣ ਹੋਊ, ਪਰਸੋਂ ਕੌਣ ਹੋਊ। ਪਹਿਲਾਂ ਸਰਦਾਰ ਮਨਮੋਹਨ ਸਿੰਘ ਸੀ ਪ੍ਰਧਾਨ ਮੰਤਰੀ, ਅੱਜ ਮੋਦੀ ਆ, ਕੱਲ੍ਹ ਨੂੰ ਕੋਈ ਹੋਰ ਹੋਊ। ਇਹ ਤਾਂ 4 ਦਿਨਾਂ ਦੇ ਪ੍ਰਾਹੁਣੇ, ਇਹਨਾਂ ਨੂੰ ਆਪਾਂ ਕਿਉਂ ਜਵਾਬ ਦੇ ਆ? ਜਵਾਬ ਦੇ ਉਹਨੂੰ ਅਕਾਲ ਪੁਰਖ ਨੂੰ ਆ। ਪਾਰਟੀ ਪੂਟੀ ਦੀ ਕੋਈ ਗੱਲ ਨਹੀਂ, ਇਹ ਉਹਦੇ ਰੁਤਬੇ ਜੋ ਭਾਗਾਂ 'ਚ ਮੁਕੱਦਰ 'ਚ ਲਿਖਿਆ ਨਾ ਉਹ ਤੁਹਾਨੂੰ ਮਾਲਕ ਨੇ ਦੇ ਦੇਣਾ। ਉਹਨੇ ਲਿਖ ਕੇ ਭੇਜਤਾ ਵੀ ਕਮਲ ਜਿਸਿਆ ਤੈਨੂੰ ਆ ਮਿਲਣਾ, ਤੈਨੂੰ ਆ ਬਣਾਉਣਾ ਹੈ, ਉਹਨੇ ਬਣਾ ਦੇਣਾ। ਕੋਈ ਨਹੀਂ ਰੋਕ ਸਕਦਾ ਕਿਸੇ ਨੂੰ। ਇੱਥੇ ਮੈਂ ਤੁਹਾਨੂੰ 2 ਉਦਾਹਰਨਾਂ ਦੇ ਦੇਣਾ ਪੋਲੀਟੀਕਲ ਬੰਦਿਆਂ ਦੀਆਂ। ਫਾਈਨਾਂਸ ਮਿਨਿਸਟਰ ਸੀ ਇੱਕ, ਸਾਡੇ ਫੂਡ ਸਪਲਾਈ ਮੰਤਰੀ ਸੀ। ਉਹਨਾਂ ਦੋਨਾਂ ਨੇ ਆਪਦੇ ਬੰਦਿਆਂ ਨੂੰ ਮੇਅਰ ਨਹੀਂ ਬਣ ਦਿੱਤਾ ਤੇ ਉਹਨਾਂ ਕੌਂਸਲਰਾਂ ਨੇ ਉਹਨਾਂ ਦੋਨਾਂ ਨੂੰ ਹਰਾਤਾ। ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਕਿਸੇ ਕੌਂਸਲਰ ਨੇ, ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਗੁਰਪ੍ਰੀਤ ਗੋਗੀ ਨੇ। ਉਹ ਦੋਨੇ ਕੌਂਸਲਰ ਸੀ, ਉਹ ਰੋਕਦੇ ਸੀ ਵੀ ਇਹਨਾਂ ਨੂੰ ਮੇਅਰ ਨਹੀਂ ਬਣ ਦੇਣਾ, ਅੱਗੇ ਨਹੀਂ ਆਉਣ ਦੇਣਾ। ਕਿਵੇਂ ਰੋਕ ਲੂ ਕੋਈ ਕਿਸੇ ਨੂੰ ਅੱਗੇ ਆਉਣ ਤੋਂ? ਜੋ ਤੁਹਾਡੇ ਮਾਲਕ ਨੇ ਜੋ ਭਾਗਾਂ 'ਚ ਲਿਖਤਾ ਉਹ ਆਉਣਾ ਹੀ ਆਉਣਾ, ਉਹ ਪ੍ਰਗਟ ਹੋਣਾ ਹੀ ਹੋਣਾ। ਤੇ ਉਹਨਾਂ ਦੇ ਭਾਗਾਂ 'ਚ MLA ਬਣਨਾ ਲਿਖਿਆ ਸੀ, ਔਰ ਹਰਾਉਣਾ ਵੀ ਉਹਨਾਂ ਨੂੰ ਸੀ ਜਿਹੜੇ ਉਹਨਾਂ ਨੂੰ ਰੋਕਦੇ ਸੀ। ਤੁਹਾਨੂੰ ਇਹਨਾਂ ਗੱਲਾਂ ਨਾਲ ਫਰਕ ਨਹੀਂ ਪੈਂਦਾ ਕਿ ਇਹ ਸਭ ਸੁਣਨ ਤੋਂ ਬਾਅਦ ਪਾਰਟੀ ਕਦੇ ਕੋਈ ਡਿਸਪਲਿਨਰੀ ਐਕਸ਼ਨ ਲੈ ਲੇ ਜਾਂ ਪਾਰਟੀ, ਕਿਉਂਕਿ ਇਹ ਮੰਨਿਆ ਜਾਂਦਾ ਨਾ ਕਿ ਜਿੰਨਾ ਵੱਧ ਪੁੱਛ-ਪੁੱਛ ਕਰੋਗੇ ਟੌਪ ਤੇ ਜਾ ਕੇ ਉਹਨੇ ਵੱਧ ਅਹੁਦੇ ਮਿਲਦੇ ਹੈ। ਤੁਹਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਗਾਂਧੀ ਪਰਿਵਾਰ ਬਾਰੇ, ਕਿਉਂਕਿ ਇੱਕ ਵਾਰ ਇੱਕ ਟੀਵੀ ਤੇ ਵੀ ਤੁਸੀਂ ਕਹਿਤਾ ਸੀਗਾ ਇੰਦਰਾ ਗਾਂਧੀ ਦੇ ਬਾਰੇ, ਵਿਰਸਾ ਸਿੰਘ ਵਲਟੋਆ ਨਾਲ ਸ਼ਾਇਦ ਬਹਿਸ ਹੋ ਰਹੀ ਸੀ ਕਿ ਹਾਂ ਠੀਕ ਹੈ ਜੇ ਇੰਦਰਾ ਗਾਂਧੀ ਨੂੰ ਮੁਰਦਾਬਾਦ, ਸ਼ਾਇਦ ਤੁਸੀਂ ਕਹੇ ਕੁਝ ਇਸ ਤਰ੍ਹਾਂ ਦੀ ਗੱਲ ਹੋਈ, ਤਾਂ ਕਦੇ ਤੁਹਾਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਪਾਰਟੀ ਦੇ ਵਿੱਚ ਟੌਪ ਦੀ ਲੀਡਰਸ਼ਿਪ ਜੇ ਇਹਨਾਂ ਗੱਲਾਂ ਤੋਂ ਨਾਰਾਜ਼ ਹੁੰਦੀ ਹੈ? ਮਿਲਦੇ ਆ ਲਾਂਭੇ। ਮੈਂ ਜਦੋਂ ਮੁੱਖ ਮੰਤਰੀ ਬਣੇ ਆ ਚੰਨੀ ਜੀ ਨਵੇਂ ਤੇ ਬਾਘੇ ਪੁਰਾਣੇ ਸਾਡੇ ਰੈਲੀ ਸੀ ਤੇ ਮੈਂ ਸਟੇਜ ਤੋਂ ਇਹ ਗੱਲ ਕਹੀ ਕਿ ਸਾਨੂੰ ਜੀ ਹਰੇਕ ਜਗ੍ਹਾ ਤੁਸੀਂ ਜਾਣਦੇ ਹੋ, ਕੋਈ ਕਿਹੜਾ ਪ੍ਰੋਜੈਕਟ ਮੰਗਦਾ, ਕੋਈ ਕਾਲਜ ਮੰਗਦਾ, ਕੋਈ ਕੀ ਕਹਿੰਦਾ ਸਾਡੇ ਹਸਪੀਟਲ ਬਣਾ ਦਿਓ। ਮੈਂ ਕਿਹਾ ਮੈਂ ਪਰਸਨਲੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਹਾਡੇ ਹੱਥ ਵਾਗਡੋਰ ਮਿਲੀ ਆ, ਮਾਲਕ ਨੇ ਮੌਕਾ ਦਿੱਤਾ ਤੇ ਗੁਰੂ ਸਾਹਿਬ ਦੇ ਬੇਅਦਬੀ ਦੇ ਦੋਸ਼ੀ ਆ ਜਿਹੜੇ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਆ, ਉਹਨਾਂ ਨੂੰ ਸਾਰਿਆਂ ਨੂੰ ਜੀ ਸਜ਼ਾ ਦੇ ਦਿਓ, ਟੰਗ ਦਿਓ ਤੇ ਜਿੰਨੀ ਜਲਦੀ ਇਹ ਕਰ ਸਕਦੇ ਹੋ ਕਰ ਦਿਓ। ਵੀ 2-3 SITਆਂ ਬਣੀਆਂ ਹੋਈਆਂ, ਰਿਪੋਰਟਾਂ ਤਿਆਰ ਆ। ਤੇ ਉਹਦਾ ਬਾਅਦ 'ਚੋਂ ਲਾਂਭਾ ਮਿਲਿਆ ਮੈਨੂੰ। ਮੇਰੇ ਪਿਤਾ ਜੀ ਨੂੰ ਜਦੋਂ ਚੰਡੀਗੜ੍ਹ ਗਏ ਦੂਜੇ ਤੀਜੇ ਦਿਨ ਉੱਥੇ ਮੁੱਖ ਮੰਤਰੀ ਤੋਂ ਕੰਮ ਕੋਈ ਹੋਰ ਕਰਵਾਉਣ ਵਾਸਤੇ, ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਬੇਟਾ ਮੇਰੇ ਖਿਲਾਫ ਬੋਲਿਆ ਰੈਲੀ ਦੇ ਵਿੱਚ। ਤੇ ਕੀ ਖਿਲਾਫ ਬੋਲੇ ਸੀ? ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ, ਇਹ ਖਿਲਾਫ ਬੋਲਿਆ ਸੀ ਮੈਂ। ਇਹ ਖਿਲਾਫ ਹੈ? ਹਾਂ ਇਹ ਖਿਲਾਫ ਸੀ, ਉਹਨਾਂ ਨੂੰ ਲੱਗਿਆ ਇਹ ਖਿਲਾਫ ਆ। ਤੇ ਮੈਂ ਮੇਰਾ ਫਰਜ਼ ਬਣਦਾ ਸੀ ਇੱਕ ਸਿੱਖ ਹੋਣ ਦੇ ਨਾਤੇ, ਕਿਉਂਕਿ ਹੁਣ ਕਈ ਲੋਕ, ਹੁਣ ਤੁਹਾਡੇ, ਮੈਂ ਫਿਰ ਦੱਸਦਾ, ਸਮਝਣਾ ਦੇਖਣਾ ਨਹੀਂ ਕੁਛ ਵੀ ਇਹ ਬੰਦੇ ਦੇ ਕੋਲੇ ਕੀ ਹੈ, ਇਹਦੇ ਕੋਲੇ ਕਿਹੜਾ ਪਲੇਟਫਾਰਮ ਆ, ਇਹਦੀ ਕਿਹੜੀ ਪਹੁੰਚ ਆ। ਥੱਲੇ ਲਿਖਣਗੇ ਹੁਣ ਤੁਹਾਡੀ ਸਰਕਾਰ ਸੀ, ਤੁਸੀਂ ਉਦੋਂ ਸੱਤਾ ਸੀ, ਤੁਸੀਂ ਕਰ ਲੈਂਦੇ। ਉਹ ਭਾਈ ਕਰਨ ਜੋਗਾ ਨਹੀਂ ਸੀ ਕਮਲਜੀਤ ਸਿੰਘ, ਕਹਿਣ ਜੋਗਾ ਹੀ ਸੀ ਤੇ ਕਮਲਜੀਤ ਸਿੰਘ ਕਹਿੰਦਾ ਰਿਹਾ। ਆਵਾਜ਼ ਚੱਕਣ ਦਾ ਜੋਗਾ ਸੀ, ਪ੍ਰਮਾਤਮਾ ਨੇ ਆਵਾਜ਼ ਚੱਕਣ ਦਾ ਬਲ ਦਿੱਤਾ ਸੀ, ਉਹ ਚੱਕਦੇ ਰਹੇ ਆ। ਉਸ ਤੋਂ ਬਾਅਦ ਧਰਮਕੋਟ ਰੈਲੀ ਹੋਈ ਤਾਂ ਚੰਨੀ ਜੀ ਮੈਨੂੰ ਕਹਿੰਦੇ ਕਮਲਜੀਤ ਤੇਰਾ ਜਿਹੜਾ ਦੇਖ ਲੈ ਕਿਹਾ ਹੋਇਆ ਬੋਲ ਪੁਗਾਤਾ। ਮੈਂ ਕਿਹਾ ਕਿੱਥੇ ਪੁੱਗਿਆ ਜੀ? ਕਹਿੰਦਾ ਦੇਖ ਮਜੀਠਾ ਅੰਦਰ ਆ। ਮੈਂ ਕਿਹਾ ਜੀ ਉਹ 2 ਨੰਬਰ ਦਾ ਸਵਾਲ ਸੀ ਮੇਰਾ। ਪਹਿਲੀ ਮੰਗ ਮੇਰੀ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਕਰਨਾ ਸੀ, ਦੂਜੀ ਮੰਗ ਨਸ਼ੇ ਵਾਲਾ ਸੀ। ਤੁਸੀਂ ਦੂਜੀ ਮੰਗ ਪੂਰੀ ਕਰਤੀ ਹੈ। ਤੁਸੀਂ ਨਿੱਜੀ ਤੌਰ ਤੇ ਚਾਹੁੰਦੇ ਸੀ ਵਿਕਰਮ ਮਜੀਠੀਆ ਨੂੰ? ਮੈਨੂੰ ਕੋਈ ਨਿੱਜੀ ਤੌਰ ਤੇ ਕਿਸੇ ਨਾਲ ਮੇਰਾ ਕੋਈ ਵਿਰੋਧ ਨਹੀਂ। ਮਾੜਾ ਕੰਮ ਕਰਨ ਵਾਲਾ, ਗਲਤ ਕੰਮ ਕਰਨ ਵਾਲਾ ਤਾਂ ਆਪੇ ਸਲਾਖਾਂ ਪਿੱਛੇ ਜਾਊਗਾ। ਆਪਾਂ ਕੁਦਰਤ ਦਾ ਨਿਯਮ ਆ, ਕੁਦਰਤ ਵੇਖੀ ਜਾਂਦੀ ਆ, ਕਿਸੇ ਤੇ ਤੁਹਾਡੇ ਮੇਰੇ ਕਿਹਾ ਨਹੀਂ ਕੁਛ ਹੋਣਾਗਾ, ਇਹ ਪਰਮਾਤਮਾ ਨੇ ਦੇਖਣਾ। ਹੁਣ ਕਈ ਚੀਜ਼ਾਂ ਸਾਨੂੰ ਚੰਗੀਆਂ ਲੱਗਦੀਆਂ, ਅਸੀਂ ਕਹਿੰਦੇ ਹਾਂ ਸਾਡੇ ਕੋਲ ਹੋਣ ਕਿ ਸਾਨੂੰ ਆਹ ਮਿਲ ਜੇ, ਪਰ ਤੁਹਾਨੂੰ ਉਹ ਮਿਲੂਗਾ ਜੋ ਉਸ ਮਾਲਕ ਨੂੰ ਚੰਗਾ ਲੱਗਦਾ, ਉਹਨੂੰ ਪਤਾ ਵੀ ਤੁਹਾਡਾ ਇਸ ਚੀਜ਼ 'ਚ ਫਾਇਦਾ ਹੈ। ਕਈ ਵਾਰ ਘਾਟੇ ਖਾ ਕੇ ਵੀ ਬੜੇ ਫਾਇਦੇ ਮਿਲਦੇ ਆ, ਕਈ ਵਾਰ ਫਾਇਦੇ 'ਚ ਰਹਿ ਕੇ ਵੀ ਬੜੇ ਨੁਕਸਾਨ ਝੱਲੇ ਜਾਂਦੇ ਆ। ਪਰ 84 ਦੇ ਵਿੱਚ ਬਲੂ ਸਟਾਰ ਹੁੰਦਾ ਹੈ, 84 ਦੇ ਵਿੱਚ ਨਵੰਬਰ 'ਚ ਜਾ ਕੇ ਸਿੱਖਾਂ ਦੀ ਨਸਲਕੁਸ਼ੀ ਹੋ ਜਾਂਦੀ ਹੈ ਤੇ 85 'ਚ ਤੁਸੀਂ ਉਸ ਥਾਂ ਤੋਂ ਇਲੈਕਸ਼ਨ ਲੜਦਾ ਤੁਹਾਡਾ ਪਰਿਵਾਰ ਜਿੱਥੇ ਸੰਤਾਂ ਦਾ ਜਨਮ ਹੁੰਦਾ ਹੈ। ਉਦੋਂ ਇਹ ਕਦੇ ਲੱਗਿਆ ਨਹੀਂ ਕਿ ਜਿਸ ਕਾਂਗਰਸ ਪਾਰਟੀ ਨੇ ਸਭ ਕੁਝ ਕੀਤਾ ਉਸੇ ਕਾਂਗਰਸ ਪਾਰਟੀ ਤੋਂ ਚੋਣ ਲੜ ਰਹੇ? ਨਹੀਂ, ਉਹ ਇੱਕ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਨਾ। ਹੁਣ ਤੁਸੀਂ 84 ਨਵੰਬਰ ਤੇ ਆ ਜਾਓ, ਤੁਸੀਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਹੋ ਗਈ ਆਪਣੀ, ਤੁਸੀਂ 84 ਦਰਬਾਰ ਸਾਹਿਬ ਦੇ ਹਮਲੇ ਦੀ ਗੱਲ ਕੀਤੀ ਆ। ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੁੰਦਾ, ਉਸ ਤੋਂ ਬਾਅਦ ਨਵੰਬਰ 84 ਦੇ ਵਿੱਚ ਦਿੱਲੀ ਸਿੱਖ ਨਸਲਕੁਸ਼ੀ ਹੁੰਦੀ ਆ। ਆਮ ਤੁਸੀਂ ਮੰਨਦੇ ਹੋ ਨਸਲਕੁਸ਼ੀ? ਮੈਂ ਕਹਿੰਦਾ ਮੈਂ ਤਾਂ ਉਸੇ ਪੂਰੀ ਗੱਲ ਕਰਨ ਲੱਗਿਆ ਸੀ ਨਾ। ਆਮ ਤੌਰ ਤੇ ਲੋਕ ਕਹਿੰਦੇ ਆ ਕਿ ਦਿੱਲੀ ਦੰਗੇ, ਨਹੀਂ, ਇਹਨੂੰ ਦੰਗਿਆਂ ਦਾ ਨਾਮ ਨਹੀਂ ਦਿੱਤਾ ਜਾਣਾ। ਜਦੋਂ ਇੱਕ ਫਿਰਕੇ ਨੂੰ ਟਾਰਗੇਟ ਕਰਕੇ ਤੁਸੀਂ ਚਾਹੁੰਦੇ ਹੋ ਖਤਮ ਕਰਨਾ ਇਹਨਾਂ ਨੂੰ, ਉਹ ਨਸਲਕੁਸ਼ੀ ਹੁੰਦੀ ਆ। ਉਹ ਦੰਗੇ ਨਹੀਂ ਹੁੰਦੇ, ਦੰਗੇ ਹੁੰਦੇ ਆ ਵੀ 2 ਜਾਤਾਂ ਧਰਮਾਂ ਦੇ ਵਿੱਚ ਲੋਕ ਭਿੜ ਗਏ। ਉੱਥੇ ਭਿੜੇ ਨਹੀਂ ਗਏ, ਉੱਥੇ ਫਿਰ ਮੈਂ ਤੁਹਾਨੂੰ ਲਿਆ ਕੇ ਤੁਹਾਨੂੰ ਰਿਕਾਰਡ ਦੱਸਦਾ। ਉਹ ਜਿਹੜੇ ਦਿੱਲੀ ਨਸਲਕੁਸ਼ੀ ਆ, ਜਿਹੜੀ ਸਿੱਖ ਨਸਲਕੁਸ਼ੀ ਆਪਾਂ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਵੀ
120 ਬੰਦੇ ਬਾਈ ਨੇਮ 120 ਬੰਦਿਆਂ ਤੇ ਆਰਐਸਐਸ ਦੇ ਤੇ ਬੀਜੇਪੀ ਦੀਆਂ ਤੇ ਐਫਆਈਆਰ ਦਰਜ ਆ। ਉਹਦੇ ਚ ਸਭ ਤੋਂ ਮੇਨ ਬੰਦਾ ਸੀ ਰਾਮ ਲਾਲ ਜੈਨ। ਰਾਮ ਲਾਲ ਜੈਨ ਕੌਣ ਸੀ? ਰਾਮ ਲਾਲ ਜੈਨ ਸੀ ਅਟਲ ਬਿਹਾਰੀ ਵਾਜਪਾਈ ਦਾ 1980 ਚ ਪਾਰਲੀਮੈਂਟ ਦਾ ਇਲੈਕਸ਼ਨ ਏਜੰਟ ਸੀ। ਫਿਰ ਜੈਨ ਅਗਰਵਾਲ ਕਮੇਟੀ ਬਣੀ। ਇਹ ਸਾਰੇ ਇਸ ਮਾਮਲੇ ਦੀ ਜਾਂਚ ਪੜਤਾਲ ਲਈ ਵੀ ਨਵੰਬਰ 84 ਚ ਹੋਇਆ ਕੀ ਆ। ਜੈਨ ਅਗਰਵਾਲ ਕਮੇਟੀ ਦੀ ਰਿਪੋਰਟ ਤੇ ਇਹਨਾਂ ਦੇ ਪਰਚੇ ਦਰਜ ਹੁੰਦੇ ਆ ਬਾਈ ਨੇਮ। ਤੇ ਉਹ ਜਿਹੜੇ ਆਰਐਸਐਸ ਦੇ ਬੰਦੇ ਸੀ, ਕਿਉਂਕਿ ਕਾਂਗਰਸ ਦਾ ਰੋਕ ਸਕਦੀ ਸੀ। ਕਾਂਗਰਸ ਦਾ ਕਸੂਰ ਇਹ ਆ ਵੀ ਇਹਨਾਂ ਨੇ ਰੋਕਿਆ ਨਹੀਂ। ਇਹਨਾਂ ਨੂੰ ਇਹ ਮਹਿਸੂਸ ਹੋਇਆ ਵੀ ਸਾਡੀ ਤਾਂ ਮਾਂ ਮਰ ਗਈ ਆ। ਅੰਦਰ ਵੜ ਕੇ ਬੈਠ ਗਏ ਸਾਰੇ, ਉਹਦੇ ਅਫਸੋਸ 'ਚ ਬੈਠ ਗਏ। ਤੇ ਪੁਲਿਸ ਨੂੰ ਮਿਲਟਰੀ ਨੂੰ ਲਿਆ ਕੇ ਰੋਕਣਾ ਚਾਹੁੰਦੇ ਸੀ, ਫੌਜ ਨੂੰ ਰੋਕ ਸਕਦੇ ਸੀ ਇਸ ਕੰਮ ਤੋਂ। ਪਰ ਕਿਉਂਕਿ ਉਹ ਅੰਦਰ ਵੜ ਕੇ ਬੈਠ ਗਏ ਤੇ ਜਿਹੜੇ ਲੋਕ ਝੁੱਗੀਆਂ ਝੌਂਪੜੀਆਂ ਦੇ ਵਿੱਚ ਦਿੱਲੀ ਦੇ ਬਾਹਰ ਜਿਹੜੇ ਕ੍ਰਾਈਮ ਕਰਨ ਵਾਲੇ ਲੋਕ ਬੈਠੇ ਆ ਨਾ, ਲੁਟੇਰੇ, ਉਹ ਆਰਐਸਐਸ ਨੇ ਤੇ ਭਾਜਪਾ ਨੇ ਚੱਕੇ ਕਿ ਆਹ ਮੌਕਾ ਹੱਥੋਂ ਨਹੀਂ ਜਾਣ ਦੇਣਾ। ਉਹਨਾਂ ਨੂੰ ਦੱਸਤਾ ਵੀ ਆਹ ਰਸਤੇ ਆ ਤੇ ਆਹ ਗਲੀਆਂ ਸਿੱਖਾਂ ਦੀਆਂ, ਜੋ ਕੁਝ ਲੁੱਟ ਸਕਦੇ ਹੋ ਲੁੱਟ ਲਓ, ਵੱਢ ਸਕਦੇ ਹੋ ਟੁੱਕ ਸਕਦੇ। ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਐਚਕੇਐਲ ਭਗਤ, ਮੈਂ ਇਹ ਕਹਿਣਾ ਨਾ, ਇਹ ਤਾਂ ਕੋਈ ਆਰਐਸਐਸ ਦਾ ਨਹੀਂ ਸੀਗਾ। ਇਹ ਭਾਜਪਾ ਦੀ ਰਾਜੀਵ ਗਾਂਧੀ ਦਾ ਬਿਆਨ ਆਉਂਦਾ ਹੈ ਕਿ ਜਦੋਂ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਜਦੋਂ ਮੈਨੂੰ ਲੱਗਦਾ ਵੀ ਇਹ ਬਿਆਨ ਜਿਹੜਾ ਸੀ ਉਹਦਾ, ਵੀ ਇਹ ਕੋਈ ਵਿਰੋਧ ਵਾਲਾ ਬਿਆਨ ਨਹੀਂ ਕਹਿ ਸਕਦੇ। ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਇਹ ਕਹਿੰਦਾ ਵੀ ਕਿਸੇ ਬੰਦੇ ਦੀ ਮਾਂ ਮਰ ਗਈ ਆ ਤੇ ਉਹ ਇਹੋ ਜਿਹਾ ਬਿਆਨ ਦਿੰਦਾ ਹੈ ਉਸ ਸਮੇਂ ਜਜ਼ਬਾਤੀ ਹੋਇਆ ਦੁਖੀ ਹੋਇਆ ਵੀ ਉਸ ਵੇਲੇ ਦੇ ਬਿਆਨ ਨੂੰ ਜਦੋਂ ਕਹਿੰਦੇ ਨੇ ਤੁਸੀਂ ਬਾਹਲੇ ਖੁਸ਼ ਹੋਵੋ ਤੇ ਕਿਸੇ ਨਾਲ ਬਹੁਤੀ ਵੱਡੀ ਡੀਲ ਨਹੀਂ ਕਰਨੀ ਚਾਹੀਦੀ। ਜਦੋਂ ਇੱਕ ਗੱਲ ਕਹਿੰਦੇ ਨੇ ਵੀ ਜਦੋਂ ਤੁਸੀਂ ਖੁਸ਼ ਹੋਵੋ, ਜਦੋਂ ਤੁਸੀਂ ਦੁਖੀ ਹੋਵੋ, ਜਦੋਂ ਤੁਸੀਂ ਜਜ਼ਬਾਤੀ ਹੋਵੋ, ਉਦੋਂ ਤੁਹਾਨੂੰ ਬਹੁਤਾ ਸਟੇਟਮੈਂਟਾਂ ਨਹੀਂ ਦੇਣੀਆਂ ਚਾਹੀਦੀਆਂ। ਤਾਂ ਉਸ ਟਾਈਮ ਦੀ ਸਟੇਟਮੈਂਟ ਆ, ਇਹਨੂੰ ਆਧਾਰ ਬਣਾ ਲਿਆ ਇਸ ਸਟੇਟਮੈਂਟ ਨੂੰ। ਮੈਂ ਅੱਜ ਵੀ ਕਹਿੰਦਾ, ਅੱਜ ਭਾਜਪਾ ਦੀ ਸਰਕਾਰ ਆ ਕੇਂਦਰ ਦੇ ਵਿੱਚ 8 ਸਾਲ। ਸ਼ਰਮਨਾਕ ਨਹੀਂ ਮੰਨਦੇ ਤੁਸੀਂ ਇਸ ਬਿਆਨ ਨੂੰ? ਦੇਖੋ, ਉਹਦੀ ਪਰਸਨਲ ਰਾਏ ਆ, ਉਹਦੀ ਪ੍ਰਧਾਨ ਮੰਤਰੀ ਸੀ ਦੇਸ਼ ਦਾ, ਉਹਦੀ ਮਾਂ ਦਾ ਕਤਲ ਹੋਇਆ, 10,000 ਤੋਂ ਵੱਧ ਸਿੱਖ ਮਾਰੇ ਗਏ ਸੀ, ਪ੍ਰਧਾਨ ਮੰਤਰੀ ਸੀ ਦੇਸ਼ ਦਾ। ਇਹ ਬਹੁਤ ਦੁਖਦਾਈ ਸਮਾਂ ਸੀ ਸਿੱਖਾਂ ਤੇ। ਔਰ ਉਹ ਕੌਮ, ਜਿਹੜੀ ਕੌਮ ਨੇ ਮੁਲਕ ਨੂੰ ਬਚਾਇਆ ਏ, ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿਹੜੀ ਕੌਮ ਨੇ ਮੁਲਕ ਨੂੰ ਬਚਾਇਆ, ਮੁਲਕ ਨੂੰ ਖੜਾ ਕੀਤਾ, ਚਾਹੇ ਅਫਗਾਨੀਆਂ ਦੇ ਖਿਲਾਫ, ਚਾਹੇ ਮੁਗਲਾਂ ਦੇ ਖਿਲਾਫ, ਤੇ ਚਾਹੇ ਗੋਰਿਆਂ ਦੇ ਖਿਲਾਫ, ਤੇ ਚਾਹੇ ਅੱਜ ਵੀ ਬਾਰਡਰਾਂ ਤੇ ਸਭ ਤੋਂ ਵੱਧ ਲਾਸ਼ਾਂ ਸਾਡੇ ਪੰਜਾਬੀਆਂ ਦੀਆਂ ਆਉਂਦੀਆਂ ਉੱਥੋਂ ਸ਼ਹੀਦ ਹੋ ਕੇ। ਉਸ ਕੌਮ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ। ਨਿਸ਼ਾਨਾ ਬਣਾਉਣ ਵਾਲੇ ਤੁਸੀਂ ਕਹਿ ਰਹੇ ਹੋ ਕਿ ਬਲੂ ਸਟਾਰ ਗਲਤ ਸੀ, ਸੰਤਾਂ ਦਾ ਤੁਸੀਂ ਸਤਿਕਾਰ ਕਰਦੇ ਹੋ, ਸੰਤਾਂ ਦਾ ਰਿਗਾਰਡ ਹੈ। ਇੰਦਰਾ ਗਾਂਧੀ ਬਾਰੇ ਤੁਸੀਂ ਪਾਸਟ 'ਚ ਬਿਆਨ ਦੇ ਚੁੱਕੇ ਹੋ ਕਿ ਠੀਕ ਹੈ ਮੁਰਦਾਬਾਦ ਸਹੀ, ਪਰ ਆਰਐਸਐਸ ਤੇ ਬੀਜੇਪੀ ਵਾਲੇ ਵੀ ਮੁਰਦਾਬਾਦ ਕਹੋ ਜਿਨ੍ਹਾਂ ਨੇ ਅਟੈਕ ਕਰਾਇਆ। ਪਰ ਰਾਜੀਵ ਗਾਂਧੀ ਦੇ ਉੱਤੇ ਤੁਸੀਂ ਆ ਕੇ ਕਹਿੰਦੇ ਹੋ ਕਿ ਨਹੀਂ, ਇਹ ਬਿਆਨ ਸ਼ਾਇਦ ਇਮੋਸ਼ਨ 'ਚੋਂ ਦਿੱਤਾ ਬਿਆਨ ਸੀਗਾ। ਪੂਰੀ ਕੌਮ ਮੰਨਦੀ ਹੈ ਕਿ ਸ਼ਰਮਨਾਕ ਹੈ ਇੱਕ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਬਿਆਨ ਨਹੀਂ ਦੇ ਸਕਦਾ। ਮੈਂ ਪਹਿਲਾਂ ਹੀ ਕਿਹਾ, ਮੈਂ ਉਹਦਾ ਪੱਖ ਨਹੀਂ ਲੈ ਰਿਹਾ। ਮੈਂ ਤੁਹਾਨੂੰ ਇੱਕ ਵੈਸੇ ਇਹ ਗੱਲ ਦੱਸ ਰਿਹਾ ਵੀ ਜਦੋਂ ਕਿਸੇ ਦੀ ਮਾਂ ਮਰ ਜਾਂਦੀ ਆ, ਉਹਦੇ ਮੂੰਹੋਂ ਇਹੋ ਜਿਹੇ ਸ਼ਬਦ ਨਿਕਲ ਗਏ, ਸੁਭਾਵਿਕ ਹੈ, ਇਹਨੂੰ ਕੋਈ ਬਹੁਤਾ ਵੱਡਾ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ। ਇਹਨੂੰ ਪੋਲੀਟੀਕਲ ਤੌਰ ਤੇ ਇਹਨੂੰ ਉਭਾਰਿਆ ਗਿਆ। ਉਹ ਤਾਂ ਹੋ ਚੁੱਕਿਆ ਸੀ ਵਾਕਿਆ। ਉਸ ਤੋਂ ਬਾਅਦ ਆਪਣੇ ਸਿੱਖਾਂ ਦਾ ਨੁਕਸਾਨ ਕਿੰਨਾ ਹੋਇਆ, ਉਹ ਤਾਂ ਵਾਕਿਆ ਹੋ ਚੁੱਕਿਆ ਸੀ ਨਾ। ਵਾਕਿਆ ਹੋਣ ਤੋਂ ਬਾਅਦ ਉਹਨੇ ਇਹ ਗੱਲ ਕਹਿਤੀ ਆ, ਤਾਂ ਉਸ ਤੋਂ ਬਾਅਦ ਉਹਦੇ ਜਿਹਦੀ ਦਾਦੀ ਮਰੀ ਆ, ਉਸ ਤੋਂ ਬਾਅਦ ਉਹਦੇ ਪੋਤਰੇ ਨੇ ਪਾਰਲੀਮੈਂਟ ਦੇ ਵਿੱਚ ਮਾਫੀ ਮੰਗੀ ਆ। ਮੀਡੀਆ ਜਾਂ ਆਮ ਲੋਕ ਵਿਰੋਧੀ ਉਹਨੂੰ ਕਿਉਂ ਨਹੀਂ ਹਾਈਲਾਈਟ ਕਰਦੇ ਕਿ ਰਾਹੁਲ ਗਾਂਧੀ ਕਹਿ ਰਿਹਾ 1984 ਦਾ ਬਹੁਤ ਦੁੱਖ ਆ, ਬਹੁਤ ਮਾੜੀ ਘਟਨਾ ਸੀ। ਉਹ ਵੀ ਤਾਂ ਇੱਕ ਪੱਖ ਹੈ ਨਾ ਉਹਨਾਂ ਦਾ, ਪਰਿਵਾਰ ਦਾ। ਔਰ ਮੈਂ ਜ਼ਿਆਦਾਤਰ ਦੇਖਿਆ ਹੈ ਕਿ ਉਹਨਾਂ ਦੇ ਪਰਿਵਾਰ ਦੇ ਆਲੇ ਦੁਆਲੇ, ਹੁਣ ਤੁਸੀਂ ਇਹ ਦੇਖੋ, ਇੱਕ ਚੀਜ਼ ਤੁਹਾਨੂੰ ਇਹ ਵੀ ਪਤਾ ਹੋਣੀ ਹੈ, ਤੁਸੀਂ ਜਰਨਲਿਜ਼ਮ ਦੇ ਵਿੱਚ ਪਏ ਹੋ ਲੰਬੇ ਸਮੇਂ ਤੋਂ, ਕਿ ਜਦੋਂ ਅਟੈਕ ਹੋਣ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਅਦ ਇੰਦਰਾ ਗਾਂਧੀ ਦੇ ਨਾਲੋਂ ਜਿਹੜੇ ਆਪਣੇ ਸ਼ਹੀਦ, ਆਪਣੀ ਸਿੱਖ ਕੌਮ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੰਦੀ ਹੈ, ਬਿਆਨ ਸਿੰਘ, ਸਤਵੰਤ ਸਿੰਘ ਹੋਰਾਂ ਨੂੰ, ਤੇ ਉਹ ਨਾਲ ਡਿਊਟੀ ਕਰਦੇ ਸੀ, ਉਹ ਹਟਾਤੇ ਸੀਗੇ। ਤੁਹਾਨੂੰ ਪਤਾ ਨਾ ਇਸ ਗੱਲ ਦਾ ਕਿ ਉਹਨਾਂ ਦੀਆਂ ਬਦਲੀਆਂ ਹੋ ਗਈਆਂ ਸੀ। ਤਾਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਜਦੋਂ ਇੰਦਰਾ ਗਾਂਧੀ ਜਾਣ ਲੱਗੀ ਘਰੋਂ, ਤਾਂ ਉਹਨਾਂ ਨੂੰ ਪੁੱਛਿਆ ਗਿਆ ਵੀ ਹਾਂ ਵੀ ਮੇਰੇ PSO ਕਿੱਥੇ ਨੇ, ਸਰਦਾਰ ਸੀ ਜਿਹੜੇ, ਤਾਂ ਉਹ ਕਹਿੰਦੇ ਜੀ ਉਹਨਾਂ ਨੂੰ ਸਾਨੂੰ ਆ ਇੱਕ ਖਬਰ ਮਿਲੀ ਆ, ਇਹ ਰਿਪੋਰਟ ਆ ਅੰਦਰੂਨੀ ਕਿ ਤੁਹਾਡੇ ਤੇ ਅਟੈਕ ਹੋ ਸਕਦਾ, ਤੁਹਾਡੇ ਪਰਸਨਲ ਸਿਕਿਉਰਿਟੀ ਗਾਰਡ ਵੱਲੋਂ। ਉਹ ਕਹਿੰਦੀ ਨਹੀਂ, ਮੈਂ ਜਿੰਨਾ ਚਿਰ ਉਹ ਨਹੀਂ ਆਉਂਦੇ ਮੈਂ ਜਾਣਾ ਨਹੀਂ। ਇੱਕ ਭਰੋਸਾ ਵੀ ਸੀ ਸਿੱਖਾਂ ਤੇ ਬਹੁਤ ਵੱਡਾ, ਆਲਾ ਦੁਆਲਾ ਉਹਨਾਂ ਦਾ ਜਿਹੜਾ ਘੇਰਾ ਸੀ। ਮੈਂ ਬਹੁਤ ਸਾਰੀਆਂ ਬਲੈਕ ਐਂਡ ਵਾਈਟ ਫੋਟੋ ਦੇਖੀਆਂ, ਉਸ ਟਾਈਮ ਬਲੈਕ ਐਂਡ ਵਾਈਟ ਹੀ ਕੈਮਰੇ ਹੁੰਦੇ ਸੀ, ਤਾਂ ਬਹੁਤ ਸਾਰੇ ਜਿਹੜੇ ਸਿਕਿਉਰਿਟੀ ਗਾਰਡ ਹਮੇਸ਼ਾ ਸਰਦਾਰ ਹੀ ਹੁੰਦੇ ਸੀ ਨਾਲ। ਤੇ ਸਰਦਾਰਾਂ ਦੇ ਕਿਰਦਾਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਆਰਐਸਐਸ BJP ਨੇ, ਦੋਨੇ ਪਾਸਿਓਂ। ਹਮਲਾ ਵੀ ਕਰਵਾਇਆ ਪ੍ਰੈਸ਼ਰ ਪਾ ਕੇ, ਕਿ ਕਿਉਂਕਿ ਫਿਰ ਸਾਰੀ ਜ਼ਿੰਦਗੀ ਲਈ ਨਾ ਤਾਂ ਬਾਦਲ ਕਦੇ ਪੰਜਾਬ 'ਚ ਆ ਸਕਦੇ ਸੀ, ਨਾ BJP ਦਾ ਪੈਰ ਪੈਣਾ ਸੀ। ਤੁਸੀਂ ਇਹ ਕਹਿ ਰਹੇ ਹੋ ਕਿ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਦੇ ਪਿੱਛੇ ਵੀ ਆਰਐਸਐਸ ਸੀ, ਇਹ ਕਹਿਣ ਦੀ ਗੱਲ ਕੋਸ਼ਿਸ਼ ਕਰ ਰਹੇ ਹੋ? ਇਹਦੀ ਘੋਖ ਕਰਨੀ ਚਾਹੀਦੀ ਆ ਕਿ ਉਦੋਂ ਇੱਕ ਕੈਮਰਾਮੈਨ ਸੀ ਉੱਥੇ,
ਇਹਦੀ ਘੋਖ ਹੋਣੀ ਚਾਹੀਦੀ ਆ ਕਿ ਇੱਕ ਉੱਥੇ ਕੈਮਰਾਮੈਨ ਸੀ ਜਦੋਂ ਇਹ ਹਮਲਾ ਹੋਇਆ ਇੰਦਰਾ ਇੱਕ ਗਾਂਧੀ। ਜਰਨਲਿਸਟ ਇੰਟਰਵਿਊ ਕਰਨ ਗਈ ਹੋਈ ਸੀ ਇੰਦਰਾ ਗਾਂਧੀ ਦੀ। ਹਾਂ ਮਤਲਬ ਸੁਣੀ ਹੋਈ ਆ ਗੱਲ, ਮੈਂ ਪੜ੍ਹੀ ਆ ਗੱਲ ਤੇ ਸੁਣੀ ਆ, ਤੇ ਪਰ ਇਹਦੀ ਘੋਖ ਹੋਣੀ ਚਾਹੀਦੀ ਆ ਕਿ ਕਿਉਂ ਇਹ ਵਾਕਿਆ ਵਰਤਾਰਾ ਕਿਉਂ ਹੋਇਆ। ਹਾਲਾਂਕਿ ਵੀ ਇਹਦੇ ਨਾਲ ਘਾਟਾ ਤਾਂ ਸਾਡੀ ਕੌਮ ਨੂੰ ਹੀ ਪਿਆ ਨਾ, ਅਕਸ ਤਾਂ ਸਾਡੀ ਕੌਮ ਦਾ ਹੀ ਖਰਾਬ ਹੋਇਆ ਨਾ ਦੋਨੇ ਗੱਲਾਂ 'ਚ। ਇੱਕ ਥਾਂ ਤੇ ਸਾਡੇ ਤੇ ਹਮਲਾ ਹੁੰਦਾ, ਸਾਡਾ ਇੱਕ ਜਰਨੈਲ ਸ਼ਹੀਦ ਹੋ ਗਿਆ, ਤਾਂ ਉਹਦੇ ਤੇ ਵੀ ਇਹੀ ਕਿਹਾ ਗਿਆ ਕਿ ਅੰਦਰ ਬੈਠਾ ਸੀ ਤਾਂ ਹਮਲਾ ਹੋਇਆ। ਤੁਸੀਂ ਗੁਰੂ ਘਰ ਤੇ ਹਮਲਾ ਕਿਉਂ ਕਰਦੇ ਹੋ? ਕਿਉਂ ਮਜਬੂਰ ਕਰਦੇ ਹੋ ਗੁਰੂ ਘਰ ਤੇ ਹਮਲਾ ਕਰਨ ਨੂੰ? ਕੌਣ ਲੋਕ ਸੀ ਜਿਨ੍ਹਾਂ ਨੂੰ ਸੰਤਾਂ ਦੀ ਸ਼ਖਸੀਅਤ ਤੋਂ ਖਤਰਾ ਸੀ? ਕੌਣ ਲੋਕ ਸੀ ਜਿਹੜੇ ਸੰਤਾਂ ਦੇ ਸਿੱਖ ਆਗੂ ਹੋਣ ਦੇ, ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਸ ਤੋਂ ਬਾਅਦ ਸਾਡੀ ਵਾਰੀ ਤਾਂ ਆਉਣੀ ਨਹੀਂ, ਜਿੰਨਾ ਚਿਰ ਸੰਤ ਜਿਉਂਦੇ ਆ ਸਾਨੂੰ ਸਿੱਖਾਂ ਨੇ ਕਬੂਲ ਨਹੀਂ ਕਰਨਾ? ਉਹ ਕੌਣ ਲੋਕ ਸੀ ਜਿਹੜੇ ਦਿੱਲੀ ਧਵਨ ਨੂੰ ਚਿੱਠੀਆਂ ਲਿਖਦੇ ਰਹੇ ਕਿ ਅਟੈਕ ਕਰੋ, ਹਮਲਾ ਕਰੋ ਦਰਬਾਰ ਸਾਹਿਬ ਤੇ ਫਿਰ ਗੱਲ ਬਣੂ? ਕਿਹੜੇ ਕਿਹੜੇ ਸਿੱਖ ਆਗੂ ਸੀਗੇ ਉਹ? ਪ੍ਰਕਾਸ਼ ਸਿੰਘ ਬਾਦਲ ਸੀ, ਟੌੜਾ ਸਾਹਿਬ ਸੀ, ਜਾਂ ਲੌਂਗੋਵਾਲ ਸਾਹਿਬ ਸੀ, ਜਾਂ ਤਲਵੰਡੀ ਸਾਹਿਬ ਸੀ, ਜਾਂ ਕੌਣ ਉਦੋਂ ਉਸ ਥਰਮਾ ਸਥਾਪਿਤ ਆਗੂ ਸੀਗੇ ਸਿੱਖ ਜਿਹੜੇ ਚਾਹੁੰਦੇ ਸੀ ਅਸੀਂ ਅੱਗੇ ਆਈਏ? ਤੇ ਸੰਤਾਂ ਤੋਂ ਬਿਨਾਂ ਤਾਂ ਸਾਡੀ, ਜੇ ਸੰਤ ਰਹੇ ਤਾਂ ਸਾਡੀ ਗੱਲ ਨਹੀਂ ਬਣਨੀ। ਕਿਉਂਕਿ ਪੰਜਾਬ ਦੀ ਜਵਾਨੀ ਦੇ ਵਿੱਚ ਇੱਕ ਜਜ਼ਬਾ ਤੇ ਜੋਸ਼ ਉਹਨਾਂ ਨੇ ਵੱਖਰੇ ਤਰੀਕੇ ਦਾ ਭਰਤਾ ਸੀ, ਤੇ ਉਹਨਾਂ ਦੇ ਬੋਲਾਂ ਦੇ ਵਿੱਚ ਇੱਕ ਜਾਦੂ ਸੀ, ਖਿੱਚ ਸੀ, ਜੋ ਕਹਿੰਦੇ ਸੀ ਉਹ ਤੇ ਜਵਾਨੀ ਕੁਰਬਾਨ ਹੋਣ ਲਈ ਤਿਆਰ ਹੋ ਜਾਂਦੇ ਸੀ ਲੋਕ। ਬਰਾੜ ਸਾਹਿਬ, ਤੁਸੀਂ ਇਹ ਗੱਲ ਕਹੀ ਕਿ ਰਾਜੀਵ ਗਾਂਧੀ ਨੇ ਆਊਟ ਆਫ ਇਮੋਸ਼ਨ ਉਹ ਬਿਆਨ ਦਿੱਤਾ, ਮਾਂ ਮਰ ਗਈ ਸੀ, ਉਸ ਤੋਂ ਬਾਅਦ ਬਹੁਤ ਰੋਸ 'ਚ, ਗੁੱਸੇ 'ਚ, ਸੋਗ 'ਚ ਆਏ ਬੰਦੇ ਨੇ ਇੱਕ ਬਿਆਨ ਦੇਤਾ। ਕੀ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਨੇ ਜੋ ਕੀਤਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਤਸਵੀਰ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ, ਸੰਤਾਂ ਦੀ ਸ਼ਹਾਦਤ ਦੇ ਨਾਲ ਸੈਂਕੜੇ ਸਿੱਖਾਂ ਦੀ ਸ਼ਹਾਦਤ, ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਤੇ ਪਹੁੰਚੀ ਸੰਗਤ ਦੇ ਉੱਤੇ ਹਮਲੇ ਦੀ ਸ਼ਹਾਦਤ, ਕੀ ਉਸ ਇਮੋਸ਼ਨ 'ਚੋਂ ਨਿਕਲ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਨਹੀਂ ਮਾਰਿਆ ਹੋ ਸਕਦਾ? ਦੇਖੋ, ਹਰ ਇੱਕ ਬੰਦੇ ਦੀ ਆਪਦੀ ਥਿਊਰੀ ਤੇ ਹਰ ਇੱਕ ਬੰਦੇ ਦੀ ਆਪਦੀ ਸੋਚ ਹੈ। ਮੈਂ ਕਾਂਗਰਸ ਦੇ ਵਿੱਚ ਬੈਠਾ ਤੇ ਮੈਂ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਇਆ ਹੈ। ਮੇਰੇ ਤੇ ਉਹਨਾਂ ਚੀਜ਼ਾਂ ਨੇ ਅਟੈਕ ਕੀਤਾ ਹੈ ਵੀ ਇਹ ਸਭ ਕੁਝ ਵਰਤਾਰਾ ਗਲਤ ਹੋਇਆ ਹੈ। ਮੈਂ ਕਦੇ ਉਹਨਾਂ ਲੋਕਾਂ ਦੇ ਜਨਮ ਦਿਹਾੜੇ ਤੇ ਸ਼ਹੀਦੀ ਦਿਹਾੜੇ ਨਹੀਂ ਮਨਾਏ ਜਿਨ੍ਹਾਂ ਲੋਕਾਂ ਤੇ ਇਲਜ਼ਾਮ ਲੱਗੇ ਹੈ। ਪਾਰਟੀਆਂ ਵੱਲੋਂ ਹੁਕਮ ਆਉਂਦੇ ਹੁੰਦੇ ਆ, ਹਰ ਵਾਰ ਪਾਰਟੀਆਂ ਤੋਂ, ਕਿੰਨੇ ਸਾਲ ਮੈਂ ਸਿਆਸਤ ਕਰਦਾ ਹਾਂ, ਹਰ ਵਾਰ ਹੁਕਮ ਆਉਂਦਾ ਹੈ ਕਿ ਜੀ ਆਪਣੀ ਪਾਰਟੀ ਦੇ ਵੱਡੇ ਆਗੂ ਦਾ ਜਨਮ ਦਿਨ ਆ, ਆਪਣੀ ਪਾਰਟੀ ਦੇ ਵੱਡੇ ਆਗੂ ਦੀ ਬਰਸੀ ਹੈ। ਮੈਂ ਕਦੇ ਸ਼ਾਮਲ ਨਹੀਂ ਹੋਇਆ, ਕਦੇ ਮਨਾਈ ਨਹੀਂ, ਕਿਉਂਕਿ ਮੇਰਾ ਮਨ ਨਹੀਂ ਮੰਨਦਾ, ਮੇਰੀ ਆਪਣੀ ਸੋਚ ਆ। ਫਿਰ ਉੱਥੇ ਆ ਗਈ ਗੱਲ, ਤੁਹਾਡੇ ਵਾਲੀ ਗੱਲ ਜਿੱਥੋਂ ਤੁਸੀਂ ਸ਼ੁਰੂ ਕੀਤੀ ਸੀ ਕਿ ਅਹੁਦਿਆਂ ਰੁਤਬਿਆਂ ਦੀ ਡਰ ਨਹੀਂ ਹੈਗਾ, ਲੋੜ ਨਹੀਂ ਹੈਗੀ। ਲੋਕ ਪਿਆਰ ਕਰਦੇ ਆ, ਆਪਦਾ ਆਵਾਮ ਪਿਆਰ ਕਰਦਾ ਹੈ, ਤੇ ਇਹ ਬਹੁਤ ਵੱਡੇ ਅਹੁਦੇ ਰੁਤਬੇ ਆ ਨਹੀਂ ਹੈਗੇ, ਮਜਬੂਰੀਆਂ। ਤੁਹਾਨੂੰ ਇਹ ਲੱਗਦਾ ਕਿ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਨਹੀਂ ਹੋਣੀ ਚਾਹੀਦੀ ਸੀ? ਨਹੀਂ, ਮੈਂ ਤਾਂ ਨਹੀਂ ਮੰਨਦਾ ਨਹੀਂ ਹੋਣੀ ਚਾਹੀਦੀ ਸੀ। ਮੈਂ ਤਾਂ ਕਹਿੰਦਾ ਅਡਵਾਨੀ ਦੀ ਵੀ ਹੋਣੀ ਚਾਹੀਦੀ ਸੀ। ਸਜ਼ਾਵਾਂ ਦੇ ਤਾਂ ਬਰਾਬਰ ਹੱਕਦਾਰ, ਵੱਡੇ ਗੁਨਾਹਗਰ ਤਾਂ ਅਡਵਾਨੀ ਤੇ ਵਾਜਪਾਈ ਨੇ। ਪਰ ਜਿਨ੍ਹਾਂ ਨੇ ਕੀਤੀ, ਤੁਸੀਂ ਇਹ ਕਹਿ ਰਹੇ ਹੋ ਕਿ ਉਹ ਆਰਐਸਐਸ ਦੇ ਵੱਲੋਂ ਹੋ ਸਕਦਾ ਹੈ ਕਿ ਉਹਨਾਂ ਨੂੰ ਇਨਸਾਈਟ ਕੀਤਾ ਗਿਆ ਹੋਵੇ? ਉਹਨਾਂ ਨੂੰ ਨਹੀਂ ਕੀਤਾ ਗਿਆ, ਮੈਂ ਕਹਿ ਰਿਹਾ, ਤੁਸੀਂ ਗੱਲ ਨਹੀਂ ਸਮਝੇ ਮੇਰੀ, ਕਿ ਇਹਦੀ ਘੋਖ ਹੋਣੀ ਚਾਹੀਦੀ ਹੈ ਕਿ ਉਸ ਵੇਲੇ ਉੱਥੇ ਪਤਾ ਲੱਗਿਆ ਕਿ ਉੱਥੇ ਹੋਰ ਵੀ ਬੰਦੇ ਸੀਗੇ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਸਾਜ਼ਿਸ਼ ਆ। ਉਹ ਵੀਡੀਓ ਆ ਜਾਣੀ ਚਾਹੀਦੀ। ਜੇ ਤੁਸੀਂ ਕਹਿੰਦੇ ਹੋ ਇੱਕ ਪ੍ਰੈਸ ਕੁੜੀ, ਲੜਕੀ ਪੱਤਰਕਾਰ ਸੀ ਉੱਥੇ, ਤੇ ਉਹ ਫੁਟੇਜ ਕਿੱਥੇ ਗਈ? ਕਿਹਨੇ ਲਕੋਈ ਫੁਟੇਜ? ਉਹ ਕਿੱਧਰ ਗਈ ਫੁਟੇਜ? ਉਹ ਤਾਂ ਇੰਟਰਵਿਊ ਕਰਕੇ ਬਾਹਰ ਆ ਰਹੀ ਸੀ। ਹੁਣ ਜਿਵੇਂ ਤੁਹਾਡੀ ਤੇ ਮੇਰੀ ਇੰਟਰਵਿਊ ਹੋ ਰਹੀ ਹੈ ਔਰ ਕੈਮਰੇ ਇੱਥੇ ਫਿਕਸ ਲੱਗੇ ਹੋਏ ਹੈ, ਇੰਟਰਵਿਊ ਖਤਮ ਹੋਣ ਤੋਂ ਬਾਅਦ ਤੁਸੀਂ ਇੱਥੋਂ ਚੱਲ ਕੇ ਬਾਹਰ ਜਾਓ ਤਾਂ ਕੈਮਰੇ ਜ਼ਰੂਰੀ ਤਾਂ ਨਹੀਂ ਤੁਹਾਨੂੰ ਫੋਲੋ ਕਰਦੇ? ਨਹੀਂ, ਕੈਮਰੇ ਫੋਲੋ ਨਹੀਂ ਕਰਦੇ। ਇੱਥੇ ਜੇ ਕੋਈ ਹੁਣ ਘਟਨਾ ਵਾਪਰਦੀ ਆ ਤਾਂ ਇਹਦਾ ਮਤਲਬ ਇਹ ਹੈਗਾ ਵੀ ਕੈਪਚਰ ਤਾਂ ਕਰਨਗੇ ਹੀ ਨਾ। ਜੇ ਆਪਾਂ ਉੱਥੇ ਖੜੇ ਆ ਤਾਂ ਹੈਗੇ ਆ, ਤਾਂ ਪਤਾ ਤਾਂ ਹੈਗਾ ਹੀ ਆ ਨਾ। ਤੁਹਾਨੂੰ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਦੇ ਇਸ ਕੀਤੇ ਹੋਏ ਦਾ ਕੋਈ, ਤੁਸੀਂ ਇਹਨੂੰ ਗਲਤ ਨਹੀਂ ਮੰਨਦੇ? ਤੁਸੀਂ ਮੈਂ ਦੇਖੋ, ਮੈਂ ਇਹ ਗੱਲ ਕਹਿਣਾ, ਉਹ ਆਪ ਨਹੀਂ ਉਹਨਾਂ ਨੇ ਕੀਤਾ ਇਹ ਕੰਮ। ਉਦੋਂ ਤਾਂ ਫਿਰ ਇੱਕ ਅੰਦਰ ਚੇਟਕ ਲੱਗ ਗਈ ਨਾ। ਆਪ ਤਾਂ ਉਸੇ ਬੰਦੇ ਨੂੰ ਤਾਂ ਡਿਫੈਂਡ ਕਰਦੇ ਸੀ, ਉਸੇ ਬੰਦੇ ਨੂੰ ਤਾਂ ਬਚਾ ਰਹੇ ਸੀ ਉਹ। ਜਿਸ ਬੰਦੇ ਨੂੰ ਤੁਸੀਂ ਕਹਿੰਦੇ ਹੋ ਕਿ ਜਿਹਦਾ ਇੰਦਰਾ ਗਾਂਧੀ ਨੂੰ ਜੇ ਮਾਰਿਆ ਜਿਹਨੇ, ਉਹ ਤਾਂ ਉਸ ਤੋਂ 6 ਜੂਨ 2 ਜੂਨ 84 ਨੂੰ ਅਟੈਕ, ਪਹਿਲਾ ਦਿਨ ਅਟੈਕ ਦਾ 2 ਜੂਨ ਤੋਂ ਪਹਿਲਾਂ ਤਾਂ ਉਹਨੂੰ ਬਚਾਉਂਦੇ ਸੀ। ਉਹ ਉਹਦੀ ਸੇਫਟੀ ਲਈ ਨਾਲ ਖੜਦੇ ਸੀ ਕਿ ਇਹਨੂੰ ਕੁਝ ਹੋ ਨਾ ਜਾਵੇ, ਇਹਦੇ ਤੇ ਕੋਈ ਹਮਲਾ ਨਾ ਹੋ ਜੇ। ਤਾਂ ਫਿਰ ਉੱਥੇ ਹੀ ਉਹਦੀ ਡਿਊਟੀ ਉਹ ਲੱਗੀ ਗਈ ਨਾ, ਕਿਤੋਂ ਆਵਾਜ਼ ਹੀ ਵੱਜੀ ਨਾ ਉਹਨਾਂ ਨੂੰ। ਆਪਣੇ ਆਪ ਤਾਂ ਪਹਿਲਾਂ ਨਹੀਂ, ਪਹਿਲਾਂ ਜੇ ਉਹਨਾਂ ਨੂੰ ਕੋਈ ਨਿੱਜੀ ਦੁਸ਼ਮਣੀ ਹੁੰਦੀ ਇੰਦਰਾ ਗਾਂਧੀ ਨਾਲ ਤਾਂ ਫਿਰ ਉਹ ਪਹਿਲਾਂ ਮਾਰ ਦਿੰਦੇ। 1985 ਚ ਜਦੋਂ ਕਾਂਗਰਸ ਤੋਂ ਤੁਸੀਂ ਲੜਦੇ ਹੋ, ਤੁਹਾਡੇ ਪਿਤਾ ਪਹਿਲੀ ਵਾਰੀ, ਕਿੰਨੀ ਵੋਟ ਤੁਹਾਨੂੰ ਇੱਥੋਂ ਪੈਂਦੀ ਹੈ ਬਾਗੇ ਪੁਰਾਣੇ ਚੋਂ? ਮੈਨੂੰ ਐਕਚੁਅਲ ਉਹਦੀ ਕਾਊਂਟਿੰਗ ਯਾਦ ਨਹੀਂ ਹੈਗੀ, ਪਰ ਬਹੁਤ ਥੋੜੀ ਵੋਟ ਤੇ ਹਾਰੇ ਸੀ ਉਦੋਂ। ਬਹੁਤ ਥੋੜੀ ਵੋਟ ਤੇ? ਹਾਂ, ਅਸਲ ਮੈਂ ਸਵਾਲ ਤਾਂ ਕੀਤਾ ਹੈ ਕਿ ਉਸ ਤੋਂ ਬਾਅਦ ਵੀ ਕਾਂਗਰਸ ਨੂੰ ਵੋਟ ਪਿਆ, ਉਹ ਵੀ ਸੰਤਾਂ ਦੇ ਆਪਣੇ ਜਿੱਥੇ ਉਹਨਾਂ ਦਾ ਜਨਮ ਹੋਇਆ ਉਸ ਹਲਕੇ ਦੇ ਵਿੱਚ।
ਉਸ ਪਿੰਡ 'ਚੋਂ ਨਹੀਂ ਪੈਂਦੀ ਵੋਟ ਕਾਂਗਰਸ ਨੂੰ ਬਹੁਤੀ। ਕਾਂਗਰਸ ਹਮੇਸ਼ਾ ਉੱਥੋਂ, ਜਿਵੇਂ ਹੁਣ 3 ਧਿਰਾਂ ਬਣ ਗਈਆਂ ਪੰਜਾਬ 'ਚ, ਪਹਿਲਾਂ 2 ਹੁੰਦੀਆਂ ਸੀ, ਦੂਜੇ ਨੰਬਰ ਤੇ ਆਉਂਦੀ ਸੀ, ਹੁਣ ਤੀਜੇ ਤੇ ਆਉਂਦੀ ਹੈ। ਅਕਾਲੀ ਦਲ ਵੋਟ ਲੈ ਜਾਂਦਾ ਉੱਥੋਂ, ਹਾਲਾਂਕਿ ਅਕਾਲੀ ਦਲ ਦੀ ਕੀ ਕਾਰਗੁਜ਼ਾਰੀ ਹੈ ਪੰਜਾਬ ਦੇ ਲਈ ਆਪਾਂ ਨੂੰ ਵੀ ਪਤਾ ਹੈ, ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਵਾਲੇ ਅਕਾਲੀ ਹੈ, ਤੇ ਫਿਰ ਵੀ ਲੋਕ ਉੱਥੋਂ ਹਜੇ ਜਿਹੜੇ ਬਜ਼ੁਰਗ ਆ, ਕਿਉਂਕਿ ਉਦੋਂ ਇੱਕ ਬਹੁਤ ਵੱਡਾ ਇੱਕ ਲਹਿਰ ਖੜੀ ਹੋ ਗਈ ਸੀ ਵੀ ਲੋਕਾਂ ਨੇ, ਬਹੁਤਿਆਂ ਲੋਕਾਂ ਨੇ ਗੁਰੂ ਘਰਾਂ ਦੇ ਵਿੱਚ ਖੜੇ ਹੋ ਕੇ ਸਹੁੰ ਖਾ ਲਈਆਂ ਸੀ ਕਿ ਕਾਂਗਰਸ ਨੂੰ ਵੋਟ ਨਹੀਂ ਪਾਉਣੀ, ਅਟੈਕ ਤੋਂ ਬਾਅਦ, ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ। ਤਾਂ ਉਹ ਪੀੜ੍ਹੀ ਕਿਤੇ ਜਾ ਕੇ ਇਸ ਸੰਸਾਰ ਤੋਂ ਅੱਗੇ ਲੰਘੂਗੀ ਤੇ ਨਵੀਂ ਪੀੜ੍ਹੀ ਆਊਗੀ ਤਾਂ ਫਰਕ ਪੈਣਾ ਹੈ। ਜਿਹੜੇ ਬਜ਼ੁਰਗ ਸਵਾਲ ਹੋਏ ਅੱਜ ਤੱਕ ਜਦੋਂ ਪਿੰਡਾਂ 'ਚ ਜਾਂ ਘਰਾਂ 'ਚ ਗਏ ਜਾਂ ਤੁਹਾਡੇ ਪਿਤਾ ਨੂੰ, ਉਦੋਂ ਲੋਕ ਸਵਾਲ ਕਰਦੇ ਸੀ ਇਸ ਗੱਲ ਬਾਰੇ? ਉਦੋਂ ਸਵਾਲਾਂ ਦਾ ਹੈ ਨਹੀਂ ਸੀ ਮਾਹੌਲ, ਸਵਾਲਾਂ ਦਾ ਮਾਹੌਲ ਆ ਥੋੜੇ ਚਿਰ ਤੋਂ ਬਣਿਆ ਹੈ। ਸਵਾਲ ਕਰਦੇ ਆ ਲੋਕ, ਅੱਜ ਵੀ ਕਰਦੇ ਆ। ਤੁਹਾਡੇ ਚੈਨਲ ਤੇ ਤੁਸੀਂ ਪੜ੍ਹਿਓ, ਥੱਲੇ ਕਰਨਗੇ ਬੜੇ ਸਵਾਲ। ਉਹਨਾਂ ਨੇ ਇਹ ਦੇਖਣਾ ਨਹੀਂ ਵੀ ਇਸ ਬੰਦੇ ਦੀ ਪਰਸਨਲ ਅਟੈਂਸ਼ਨ ਕੀ ਆ, ਇਹਦੀ ਆਪ ਦੀ ਸੋਚ ਕੀ ਆ, ਤੇ ਉਹਨਾਂ ਨੇ ਆਪ ਦੀ ਸੋਚ ਤੁਹਾਡੇ ਉੱਤੇ ਮੜਨੀ ਹੈ। ਦੇਖਿਓ ਤੁਸੀਂ ਸਵਾਲਾਂ ਦੇ ਥੱਲੇ ਕਮੈਂਟ ਕਰਕੇ ਦੱਸਣਗੇ, ਪੁੱਛਣਗੇ, ਸਵਾਲ ਪੁੱਛਣਗੇ ਵੀ ਤੂੰ ਉਸ ਪਾਰਟੀ 'ਚ ਬੈਠਾ ਹੈ। ਮੈਂ ਪਹਿਲਾਂ ਵੀ ਕਿਹਾ, ਪਾਰਟੀ ਕੋਈ ਵੀ ਨਹੀਂ ਮਾੜੀ ਹੁੰਦੀ, ਸਿਆਸੀ ਆਗੂ ਆਉਂਦੇ ਗਾਹੇ ਬਗਾਹੇ। ਹੁਣ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਸੀ, ਉਹੀ ਕੈਪਟਨ ਆ ਜਿਹਨੇ ਪਾਣੀਆਂ ਦਾ ਮਸਲਾ ਤੇ ਸਟੈਂਡ ਲੈ ਲਿਆ ਸੀ, ਤੇ ਉਹੀ ਕੈਪਟਨ ਆ ਜਿਹਨੇ ਪੌਣੇ 5 ਸਾਲ ਪੰਜਾਬ ਨੂੰ ਖੂੰਜੇ ਲਾਤਾ। ਪਾਰਟੀ ਤਾਂ ਨਾ ਮਾੜੀ ਹੋਈ, ਬੰਦਾ ਹੀ ਮਾੜਾ ਹੋਇਆ ਨਾ, ਬੰਦਾ ਮਾੜਾ ਨਿਕਲਿਆ, ਪਾਰਟੀ 'ਚੋਂ ਬਾਹਰ ਕੱਢਤਾ ਉਹਨੂੰ। ਚੰਗੇ ਬੰਦੇ ਆਉਣਗੇ ਪਾਰਟੀ 'ਚ, ਮਾੜੇ ਲੋਕ ਪਾਸੇ ਆਪੇ ਹੋ ਜਾਣਗੇ। ਚੰਗਿਆਂ ਨੇ ਹੁਣ ਕਈ ਵਾਰ ਮਨ 'ਚ ਆਉਂਦਾ ਵੀ ਯਾਰ ਇਹ ਸਿਆਸਤ ਕਿਹੋ ਜਿਹੀ ਆ ਵੀ ਆਪਾਂ ਇਹਦੇ ਫਿੱਟ ਨਹੀਂ, ਵੀ ਕਮਲਜੀਤ ਸਿੰਘ ਤੂੰ ਤਾਂ ਫਿੱਟ ਹੈ ਨਹੀਂ ਸਿਆਸਤ ਦੇ, ਤੂੰ ਛੱਡ ਪਰਾਂ ਯਾਰ। ਫਿਰ ਦਿਮਾਗ 'ਚ ਆਉਂਦਾ ਯਾਰ ਜੇ ਆਪਣੇ ਵਰਗੇ ਲੋਕ, ਜੇ ਆਪਾਂ ਸੋਚਦੇ ਹਾਂ ਵੀ ਆਪਾਂ ਚੰਗਾ ਹੀ ਕਰਨਾ ਹੈ ਤੇ ਆਪਾਂ ਪਾਸੇ ਹਟ ਗਏ, ਤੇ ਫਿਰ ਆਪਾਂ ਇਸ ਗੰਦਗੀ ਨੂੰ ਕਿਵੇਂ ਸਾਫ਼ ਕਰਾਂਗੇ? ਫਿਰ ਮਾੜੇ ਲੋਕਾਂ ਨੂੰ ਲਾਂਭੇ ਕਿਵੇਂ ਕਰਾਂਗੇ ਸਿਆਸਤ ਤੋਂ? ਫਿਰ ਆਮ ਲੋਕਾਂ ਦਾ ਭਲਾ ਕਿਵੇਂ ਹੋ ਸਕੂਗਾ ਜੇ ਆਪਣੇ ਵਰਗੇ ਲੋਕ ਇਹ ਸੋਚ ਕੇ ਪਾਸੇ ਹਟ ਕੇ ਵੀ ਯਾਰ ਤੇਰੇ ਕੰਮ ਦੀ ਚੀਜ਼ ਨਹੀਂ? ਇਹਦੇ 'ਚ ਤਾਂ ਝੂਠ ਬੋਲਣੇ ਪੈਂਦੇ ਆ ਯਾਰ, ਇਹਦੇ 'ਚ ਤਾਂ ਮਾੜੇ ਲੋਕ ਆ, ਇਹਦੇ 'ਚ ਚਾਪਲੂਸੀਆਂ ਭਾਲਦੇ ਆ ਲੋਕ। ਮੈਨੂੰ ਹੁਣ ਤੁਸੀਂ ਆਪਾਂ ਗੱਲ ਕੀਤੀ ਹੈ, ਮੇਰੀ ਪਾਰਟੀ ਦਾ ਇੱਕ ਬਹੁਤ ਵੱਡਾ ਆਗੂ, ਉਹਨੇ ਹੁਣ 4 ਦਿਨ ਪਹਿਲਾਂ ਮੈਨੂੰ ਇਹ ਸਵਾਲ ਕੀਤਾ ਕਿ ਤੂੰ ਜਦੋਂ ਤੇਰੀ ਵਲਟੋਹੇ ਨਾਲ ਬਹਿਸ ਹੋਈ ਆ ਤੇ ਤੂੰ ਉੱਥੇ ਕਿਹਾ ਵੀ ਇੰਦਰਾ ਗਾਂਧੀ ਮੁਰਦਾਬਾਦ, ਤੈਨੂੰ ਕਹਿਣਾ ਨਹੀਂ ਚਾਹੀਦਾ ਸੀ। ਮੈਂ ਕਿਹਾ ਮੈਂ ਐਂ ਨਹੀਂ ਕਿਹਾ, ਮੈਂ ਇਹ ਗੱਲ ਕਹੀ ਸੀ ਵੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਾਲੇ ਚਾਹੇ ਉਹ ਇੰਦਰਾ ਗਾਂਧੀ ਆ, ਚਾਹੇ ਪ੍ਰਕਾਸ਼ ਸਿੰਘ ਬਾਦਲ ਆ, ਚਾਹੇ ਕੋਈ ਹੋਰ ਆਗੂ ਆ, ਜਿਨ੍ਹਾਂ ਨੇ ਕਰਵਾਇਆ ਸਾਰੇ ਮੁਰਦਾਬਾਦ ਆ। ਮੈਂ ਹੁਣ ਫਿਰ ਕਹਿੰਦਾ ਸਾਰੇ ਮੁਰਦਾਬਾਦ ਆ। ਦਰਬਾਰ ਸਾਹਿਬ ਵੱਲ ਝਾਕਣ ਦੀ ਵੀ ਜ਼ਰੂਰਤ ਕਿਵੇਂ ਪੈ ਗਈ? ਮਾੜੀ ਅੱਖ ਨਾ ਯਾਰ ਕਿਸੇ ਦੀ, ਹਮਲਾ ਤਾਂ ਬਹੁਤ ਵੱਡੀ ਗੱਲ ਹੋ ਗਈ ਨਾ। ਤੁਸੀਂ ਮਾੜਾ ਵਿਚਾਰ ਵੀ ਕਿਵੇਂ, ਖਿਆਲ ਵੀ ਕਿਵੇਂ ਆ ਗਿਆ ਗੁਰੂ ਸਾਹਿਬ ਪ੍ਰਤੀ ਜਾਂ ਗੁਰੂ ਘਰ ਪ੍ਰਤੀ ਤੁਹਾਡੇ ਦਿਮਾਗ ਦੇ ਵਿੱਚ? ਮੀਰੀ ਪੀਰੀ ਦੇ ਮਾਲਕ ਦਾ ਉਸਾਰਿਆ ਹੈ ਘਰ ਆ, ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਆ, ਉਹਦਾ ਦਰ ਆ, ਉੱਥੇ ਝੋਲੀਆਂ ਭਰਦੀਆਂ ਸਭ ਦੀਆਂ, ਉੱਥੋਂ ਇੱਥੇ ਘਰੋਂ ਬੈਠੇ ਹੀ ਮਿਲ ਜਾਂਦਾ। ਉਹਦੇ ਸੋਚ ਲਈਏ ਜੇ ਆ ਹੁਣ ਆਪਾਂ 1 ਸਕਿੰਟ ਦੇ ਵਿੱਚ ਆਪਣੀ ਬਿਰਤੀ ਉੱਥੇ ਚਲੀ ਗਈ, ਆਪਾਂ ਪਹੁੰਚ ਗਏ ਕਿ ਨਹੀਂ ਦਰਬਾਰ ਸਾਹਿਬ? ਆਪਾਂ ਪਹੁੰਚ ਗਏ ਕਿ ਨਹੀਂ ਉੱਥੇ ਅਕਾਲ ਤਖਤ ਸਾਹਿਬ ਤੇ ਉੱਥੋਂ ਤਾਂ ਝੋਲੀਆਂ ਭਰਦੀਆਂ ਸਾਡੀਆਂ, ਸਾਰਾ ਕੁਝ ਅਸੀਂ ਉੱਥੋਂ ਲੈਂਦੇ ਹਾਂ, ਤੇ ਉੱਥੇ ਬਾਰੇ ਮਾੜਾ ਖਿਆਲ ਕਿਵੇਂ ਆ ਗਿਆ ਤੁਹਾਡੇ ਦਿਮਾਗ 'ਚ? ਕਰਨਾ ਤਾਂ ਦੂਰ ਦੀ ਗੱਲ ਹੈ ਨਾ, ਤੁਸੀਂ ਕਰਤਾ, ਪਰ ਸੋਚ ਵੀ ਕਿਵੇਂ ਸਕਦੇ ਆਪਾਂ? ਬਰਾੜ ਸਾਹਿਬ, ਕੁਛ ਗੱਲਾਂ ਤੁਹਾਡੇ ਬਾਰੇ ਜੋ ਇੰਟਰਸਟਿੰਗ ਪਤਾ ਲੱਗੀਆਂ। ਤੁਸੀਂ ਆਪਣੀ ਗੱਡੀ ਦੀ ਨੰਬਰ ਪਲੇਟ ਪੰਜਾਬੀ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ ਜੀ, ਕਦੇ ਤੁਹਾਨੂੰ ਰੋਕਿਆ ਕਿਸੇ ਨੇ? ਰੋਕ ਲੈਂਦੇ, ਚੰਡੀਗੜ੍ਹ ਰੋਕਦੇ ਆ, ਦਿੱਲੀ ਰੋਕਦੇ ਆ, ਤਾਂ ਫਿਰ ਉਹ ਕਹੀਦਾ ਉਹਨਾਂ ਨੂੰ ਵੀ ਭਾਈ ਕੋਈ ਨਹੀਂ, ਬਾਬੇ ਦੀ ਬਾਣੀ ਹੈ ਇਹ, ਗੁਰਮੁਖੀ ਆ, ਗੁਰੂ ਨਾਨਕ ਦੀ ਬਾਣੀ ਆ, ਤੇ ਜੇ ਤੁਹਾਨੂੰ ਇਤਰਾਜ਼ ਲੱਗਦਾ ਤੁਸੀਂ ਆਪਦੀ ਕਾਰਵਾਈ ਕਰ ਦਿਓ। ਮੇਰੇ ਕੋਲ ਇੱਕ ਲੈਟਰ ਆ, ਮੈਂ ਕੋਈ ਗੱਲ ਨਹੀਂ, ਮੇਰੇ ਤਾਂ ਦੋਸਤ, ਮੈਂ ਕਿਹਾ ਕਈ ਵਕੀਲ ਹੈਗੇ ਹਾਈ ਕੋਰਟ, ਮੈਂ ਤਾਂ ਤੁਹਾਡਾ ਬਿਲਟ ਨੰਬਰ ਦੇ ਦਿਓ ਆਪਦਾ, ਬਸ ਕੋਈ ਨਹੀਂ, ਤੁਹਾਡਾ ਬਾਈ ਨੇਮ ਮੈਂ ਨਾਮ ਲਿਖ ਕੇ, ਤੁਹਾਡੀ ਬਿਲਟ ਨੰਬਰ ਲਿਖ ਕੇ ਮੈਂ ਹਾਈ ਕੋਰਟ ਪਾ ਦੇਣੀ ਆ, ਤੁਹਾਨੂੰ ਉੱਥੋਂ ਲਵ ਲੈਟਰ ਆ ਜਾਊਗਾ, ਚਿੱਠੀ ਆ ਜਾਊਗੀ, ਸੁਨੇਹਾ ਆ ਜਾਊਗਾ ਤੁਹਾਡੇ ਕੋਲ। ਉਹਦੇ 'ਚ ਆਪਾਂ ਆਪਦੇ ਸੂਬਿਆਂ ਦੇ ਵਿੱਚ ਆਪਦੀ ਭਾਸ਼ਾ ਦੀ ਵਰਤੋਂ ਕਰ ਸਕਦੇ ਹਾਂ ਨੰਬਰ ਪਲੇਟਾਂ ਤੇ। ਉਹ ਇੱਕ ਆਰਡੀਨੈਂਸ ਮੈਂ ਤੁਹਾਨੂੰ ਭੇਜ ਦੇਣਾ, WhatsApp ਕਰ ਲਿਖਿਆ ਹੋਇਆ ਆਰਡੀਨੈਂਸ ਹੈਗਾ ਉੱਪਰ, ਉਹ ਸੂਬੇ ਦੇ ਵਿੱਚ ਆ, ਸੂਬੇ ਤੋਂ ਬਾਹਰ ਨਹੀਂ। ਪਰ ਫਿਰ ਆਪਾਂ ਨੂੰ ਪਿਆਰ ਆ ਗੁਰਮੁਖੀ ਨਾਲ। ਮੈਂ 3 ਗੱਡੀਆਂ, ਮੈਂ ਤਿੰਨਾਂ ਦੀਆਂ ਨੰਬਰ ਪਲੇਟਾਂ ਪੰਜਾਬੀ ਦੀਆਂ, ਪੰਜਾਬੀ 'ਚ, ਇਨੋਵਾ, ਪਜੇਰੋ। ਤੇ ਪੰਜਾਬ 'ਚ ਰੋਕਿਆ ਕਦੇ ਤੁਹਾਨੂੰ? ਪੰਜਾਬ 'ਚ ਨਹੀਂ ਕੋਈ, ਪੰਜਾਬ ਤਾਂ ਤੁਹਾਡੀ ਚੱਲਦੀ ਹੈ, ਫਿਰ ਤਾਂ ਨਹੀਂ ਰੋਕਿਆ। ਚੱਲਦੀ ਤਾਂ ਗੁਰੂ ਪਾਤਸ਼ਾਹ ਦੀ ਆ, ਉਹਦੀ ਮਿਹਰ ਆ ਸਾਰੀ, ਚੱਲਦੀ ਦੀ ਗੱਲ ਨਹੀਂ। ਆਪਾਂ ਤਾਂ ਭਾਈ ਤੌਰ ਤੇ ਰਿਕੁਐਸਟ ਕਰ ਲਈਦੀ ਹੈ, ਜੇ ਕੋਈ ਮੁਲਾਜ਼ਮ ਵੀ ਵਿਚਾਰੇ ਧੁੱਪੇ ਖੜੇ ਹੁੰਦੇ ਆ, ਉਹਨਾਂ ਨੂੰ ਵੀ ਕਾਹਨੂੰ ਰੋਹ ਮਾਨ ਤੰਗ ਕਰਨਾ। ਆਪਾਂ ਕਹੀਦਾ ਕੋਈ ਨਹੀਂ ਵੀਰੇ ਯਾਰ, ਜੇ ਤੈਨੂੰ ਲੱਗਦਾ ਨਹੀਂ ਲਿਖਣੀ ਤਾਂ ਮੈਂ ਲਾ ਦੂੰ, ਹੁਣ ਤਾਂ ਐਟ ਟਾਈਮ ਲਾ ਨਹੀਂ ਸਕਦਾ, ਲਿਖਾ ਦਿਆਂ। ਆਪਾਂ ਕਾਹਦੀ ਲਾਉਣੀ ਹੁੰਦੀ ਹੈ? ਫਿਰ ਆਪਾਂ ਉਹੀ ਰੱਖੀਦਾ, ਪਰ ਪਿਆਰ ਆ ਉਹਦੇ ਨਾਲ। ਇਹਨੂੰ ਪਿਆਰ ਕਰਨਾ ਚਾਹੀਦਾ ਨਾ। ਰੌਲਾ ਅੱਜ ਹਜੇ ਤਾਂ ਅਸੀਂ ਹੋਰਾਂ ਪਾਸੇ ਸਿਆਸਤਦਾਨਾਂ ਨੇ ਮਾਹੌਲ ਉਲਝਾਇਆ ਹੋਇਆ ਹੈ, ਹਜੇ ਲੜਾਈਆਂ ਪਤਾ ਹੀ ਨਹੀਂ ਕਿਹੜੀਆਂ ਕਿਹੜੀਆਂ ਹੋਣੀਆਂ। ਹਜੇ ਊੜੇ ਤੇ ਜੂੜੇ ਦੀ ਲੜਾਈ ਬਹੁਤ ਵੱਡੀ ਆ, ਪਾਣੀ ਦੀ ਲੜਾਈ ਬਹੁਤ ਵੱਡੀ ਆ, ਜਿੱਧਰ ਧਿਆਨ ਹੀ ਨਹੀਂ ਸਾਡਾ ਜਾ ਰਿਹਾ। ਅਸੀਂ ਤਾਂ ਮੰਤਰੀ ਸਸਪੈਂਡ ਕਰਤਾ ਵੀ ਹਾਂ ਜੀ ਬਹੁਤ ਵੱਡਾ ਕੰਮ ਹੋ ਗਿਆ, ਮੰਤਰੀ ਸਸਪੈਂਡ ਕਰਤਾ। ਅਸੀਂ ਸਵੇਰੇ ਸ਼ਾਮ ਨੂੰ ਕਵੇਲੇ ਜੇ ਐਲਾਨ ਹੋ ਜਾਂਦਾ ਵੀ ਮੋਟਰਸਾਈਕਲ ਵਾਲੀਆਂ ਰੇਹੜੀਆਂ ਬੰਦ, 2 ਦਿਨਾਂ ਬਾਅਦ ਖਬਰ ਆਉਂਦੀ ਆ ਬਹੁਤ ਵੱਡਾ ਐਲਾਨ ਮੁੱਖ ਮੰਤਰੀ ਦਾ ਕਿ
ਕਿ ਫੈਸਲਾ ਵਾਪਸ ਲੈ ਲਿਆ। ਬਾਈ ਫੈਸਲਾ ਲਿਆ ਕਿਹਨੇ ਸੀ? ਤੁਸੀਂ ਵਾਪਸ ਲੈ ਲਿਆ। ਖੇਡਾਂ ਬਣਾ ਤੁਸੀਂ ਉਡਾਈ ਜਾਂਦੇ ਹੋ। ਪੰਜਾਬ ਦੇ ਅਸਲ ਮੁੱਦਿਆਂ ਤੇ ਲੋਕਾਂ ਨੇ ਇੱਕ ਇਹ ਦੇਖ ਕੇ, ਕਿਉਂਕਿ ਕਾਂਗਰਸੀਆਂ ਨੇ, ਅਕਾਲੀਆਂ ਨੇ, ਕੈਪਟਨ ਕਿਆਂ ਤੇ ਬਾਦਲ ਕਿਆਂ ਨੇ, ਬੇਸਿਕਲੀ ਕਾਂਗਰਸੀ ਅਕਾਲੀ ਨਾਲੋਂ ਕੈਪਟਨ ਕਿਆਂ ਤੇ ਬਾਦਲ ਕਿਆਂ ਨੇ, ਜਿਹਦੀ ਵਾਰੀ ਆਉਂਦੀ ਸੀ ਵਾਰੀ ਨਾਲ ਉਹ ਆਪਦਾ ਹਿਸਾਬ ਕਿਤਾਬ ਕਰੀ ਗਏ। ਤੁਹਾਨੂੰ ਲੋਕਾਂ ਨੇ ਉਹਨਾਂ ਤੋਂ ਵੱਖਰੇ ਸਮਝ ਕੇ ਚੁਣਿਆ ਹੈ। ਤੁਸੀਂ ਕੁਝ ਵੱਖਰਾ ਕਰੋ ਲੋਕਾਂ ਲਈ। ਤੁਹਾਨੂੰ ਸੰਤੁਸ਼ਟੀ ਨਹੀਂ ਹੋਈ ਹੁਣ ਤੱਕ ਜੋ ਸਰਕਾਰ ਦੀ ਕਾਰਗੁਜ਼ਾਰੀ? ਨਹੀਂ, ਮੈਂ ਹਲੇ ਕਈਆਂ ਚੀਜ਼ਾਂ ਨੂੰ, ਮੈਂ ਸਿਮਰਨ ਬਾਈ ਕਈਆਂ ਚੀਜ਼ਾਂ ਨੂੰ ਮੈਂ ਮੰਨਦਾ ਕਿ ਜੇ 1000 ਰੁਪਈਆ ਔਰਤਾਂ ਨੂੰ ਦੇਣ ਦੀ ਗੱਲ ਹਜੇ ਨਹੀਂ ਪੋਸੀਬਲ। ਮੈਂ ਵੀ ਕਹਿੰਦਾ, ਮੈਂ ਨਹੀਂ ਕਹਿੰਦਾ ਕਿ ਤੁਸੀਂ ਤਾਂ ਦਿੱਤੇ ਨਹੀਂ ਯਾਰ, ਮੈਂ ਕਹਿੰਦਾ ਦਿਓ ਸਮਾਂ ਇਹਨਾਂ ਨੂੰ 6 ਮਹੀਨੇ ਖਜ਼ਾਨਾ ਭਰਨ ਦਿਓ। ਜਿਹਨੂੰ ਇਹ ਪੀਪਾ ਦੱਸਦੇ ਸੀ ਉਹਨੂੰ ਹੁਣ ਇਹ ਖਜ਼ਾਨਾ ਦੱਸਦੇ ਆ, ਖਾਲੀ ਨੂੰ। ਜਿਹਨੂੰ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜਿਹੜਾ ਖਾਲੀ ਆ ਉਹ ਖਜ਼ਾਨਾ ਕਿਵੇਂ ਹੋ ਸਕਦਾ? ਅੱਜ ਤੁਹਾਡੇ ਵਾਸਤੇ ਖਾਲੀ ਆ ਤੇ ਉਹ ਖਜ਼ਾਨਾ ਕਿਵੇਂ ਆ? ਪਹਿਲਾਂ ਉਹਨੂੰ ਭਰ ਲੈਣਾ ਦਿਓ, ਲਿਆਉਣ ਦਿਓ ਇਨਕਮ ਦੇ ਸੋਰਸਿਸ। ਹਾਲੇ ਮੈਂ ਬਿਜਲੀ 24 ਘੰਟੇ ਫ੍ਰੀ ਵਾਲੀ ਜਿਹੜੀ ਗੱਲ ਕਰਦੇ ਸੀ, ਮੈਂ ਉਹ ਵੀ ਕਹਿੰਦਾ ਕੋਈ ਗੱਲ ਨਹੀਂ ਦੇ ਰਹੇ, ਕੋਈ ਗੱਲ ਨਹੀਂ। ਪਰ ਜਿੱਥੇ ਸਟੈਂਡ ਕਰਨਾ ਬਣਦਾ ਸੀ ਫ੍ਰੀ ਦੇ ਵਿੱਚ, ਉੱਥੇ ਸਰਕਾਰ ਦੇ ਖਜ਼ਾਨੇ ਦਾ ਕੁਝ ਨਹੀਂ ਸੀ ਲੱਗਣਾ। ਚਾਹੇ ਉਹ ਰਾਜ ਸਭਾ ਦੀ ਗੱਲ ਸੀ ਮੈਂਬਰਾਂ ਦੀ, ਚਾਹੇ BBMB ਭਾਖੜਾ ਬਿਆਸ ਬੋਰਡ ਦੀ ਗੱਲ ਸੀ, ਚਾਹੇ ਚੰਡੀਗੜ੍ਹ ਦਾ ਰੌਲਾ ਸੀ ਪੰਜਾਬ ਤੋਂ ਖੋਹਣ ਦਾ, ਰਾਜਧਾਨੀ ਦਾ, ਉੱਥੇ ਤਾਂ ਖੜ ਜਾਂਦੇ 92 ਗੂੰਗੇ ਭਲਵਾਨ। ਯੂਨੀਵਰਸਿਟੀ ਵੀ ਗਈ ਹੁਣ ਤਾਂ ਗਈ, ਮਤਲਬ ਇਹਨਾਂ ਨੇ ਨਹੀਂ ਰੋਕਣਾ, ਇਹਨਾਂ 'ਚੋਂ ਕੋਈ ਬੋਲਣ ਦੀ ਹਿੰਮਤ ਨਹੀਂ ਹੈਗੀ। ਹੁਣ ਦੇਖੋ ਕਿਸਾਨ ਜਾਂਦੇ ਆ ਚੰਡੀਗੜ੍ਹ, ਮੁੱਖ ਮੰਤਰੀ ਚੰਡੀਗੜ੍ਹ ਆ, ਮੁੱਖ ਮੰਤਰੀ ਸਾਹਿਬ ਅਗਲੇ ਦਿਨ ਵੀ ਤਾਂ ਜੱਫੀਆਂ ਪਾ ਕੇ ਵਾਪਸ ਮੋੜੇ ਆ, ਚੰਗੀ ਗੱਲ ਆ। ਉਦੋਂ ਤੋਂ ਦਿੱਲੀ ਨੂੰ ਭੱਜ ਗਿਆ, ਕਿ ਉਹ ਤੋਂ ਫੋਨ ਤੇ ਪੁੱਛ ਲੈਂਦਾ ਕੀ ਕਹਿਣਾ ਇਹਨਾਂ ਨੂੰ, ਕਿ ਆਦੇਸ਼ ਲੈਣ ਗਿਆ ਸੀ। ਤੇਰੇ ਭਰਾ ਨੇ ਅਗਲੇ ਦਿਨ ਵੀ ਤਾਂ ਚਾਹਾਂ ਪਾਣੀਆਂ ਪਿਆਈਆਂ, ਤੂੰ ਉਦਾਂ ਹੀ ਮੋੜ ਦਿੰਦਾ। ਕਾਹਨੂੰ ਗਰਮੀ 'ਚ ਰਾਤ ਕਟਾਉਣੀ ਸੀ, ਸੱਦ ਲੈਂਦਾ। ਜਦੋਂ ਉਹ ਇੰਨੇ ਦਿਨਾਂ ਦੇ ਉਹ ਕਹੀ ਜਾਂਦੇ ਸੀ ਕਿ ਸਾਡੇ ਨਾਲ ਗੱਲ ਕਰਿਆ ਸੀ, ਹੁਣ ਵੀ ਤਾਂ ਆਖਿਰਕਾਰ ਉੱਥੇ ਹੀ ਮੰਨਿਆ ਨਾ। ਇਹ ਕੁਝ ਫੈਸਲੇ ਆ ਜਿਹੜੇ ਇਹਨਾਂ ਦੀ ਜਾਲਸਾਜ਼ੀ ਦਿਖਾਉਂਦੇ ਆ, ਜਿਹੜੇ ਦੱਸਦੇ ਆ ਵੀ ਇਹਨਾਂ ਦਾ ਪੈਰ ਥੱਲੇ ਬਟੇਰਾ ਆਇਆ ਹੈ ਤੇ ਇਹਨੂੰ ਹੁਣ ਕਿਸ ਤਰੀਕੇ ਨਾਲ ਦੂਜੀਆਂ ਪਾਰਟੀਆਂ ਵਾਂਗੂ ਲਾਹਾ ਲਿਆ ਜਾਵੇ। ਹੁਣ ਜੇ ਆਪਾਂ ਗੱਲ ਕਰਦੇ ਸੀ ਪਰਿਵਾਰਵਾਦ ਦੀ, ਸਾਰੀਆਂ ਪਾਰਟੀਆਂ 'ਚ ਪਰਿਵਾਰਵਾਦ ਹੈਗਾ, ਆਪਾਂ ਇਸ ਗੱਲ ਨੂੰ ਮੰਨਦੇ ਹਾਂ। ਇਹ ਨਹੀਂ ਕਿ ਆਪਾਂ ਲੁਕੋ ਸਕਦੇ ਹਾਂ ਵੀ ਕਾਂਗਰਸ 'ਚ ਹੈ ਨਹੀਂ ਜਾਂ ਅਕਾਲੀਆਂ 'ਚ ਹੈਗਾ। ਤੁਸੀਂ ਕੀ ਕਰ ਰਹੇ ਹੋ ਹੁਣ? ਤੁਸੀਂ ਆਪਦੇ ਵਲੰਟੀਅਰਾਂ ਤੋਂ ਜਾਣ ਪੋਸਟਾਂ ਪਵਾ ਰਹੇ ਨੇ ਵੀ ਸੰਗਰੂਰ ਜਿਮਨੀ ਚੋਣ ਭਗਵੰਤ ਮਾਨ ਦੀ ਭੈਣ ਨੂੰ ਲੜਾਓ। ਭਗਵੰਤ ਮਾਨ ਦੀ ਭੈਣ ਨੂੰ ਕਿਸ ਤੋਂ ਖਤਰਾ? ਜਿਹੜੀ ਦਰਬਾਰ ਸਾਹਿਬ 'ਚ ਗਨਮੈਨ ਲਈ ਫਿਰਦੀ ਆ, ਦੂਜਿਆਂ ਦੀਆਂ ਸਿਕਿਉਰਟੀਆਂ ਵਾਪਸ ਕਰਾ ਲੀਆਂ, ਚੰਗੀ ਗੱਲ ਆ। ਜਿਨ੍ਹਾਂ ਕੋਲੇ ਵਾਧੂ ਸੀ ਐਵੇਂ ਲਈ ਫਿਰਦੇ ਸੀ, ਅਸੀਂ ਵੀ ਕਹਿੰਦੇ ਹੁੰਦੇ ਸੀ ਯਾਰ ਲੰਡੂ ਬੰਦਾ ਐਵੇਂ ਗਨਮੈਨ ਲਈ ਫਿਰਦਾ, ਇਹਨੂੰ ਐਵੇਂ ਅਫਸਰਾਂ ਨੇ ਗਨਮੈਨ ਦਿੱਤੇ ਹੋਏ ਆ। 60 ਗਾਂਠ ਨਾਲ ਲਈ ਫਿਰਦੇ ਸੀ ਅਫਸਰਾਂ ਨਾਲ, ਲਿਹਾਜ਼ਾਂ ਨਾਲ। ਅੱਜ ਤੇਰੀ ਭੈਣ ਨੂੰ ਕੀ ਖਤਰਾ ਬਾਈ? ਉਹ ਵੀ ਦਰਬਾਰ ਸਾਹਿਬ 'ਚ ਖਤਰਾ। ਅੰਦਰ 7 ਗਨਮੈਨ 8 ਲਈ ਫਿਰਦੇ ਹੋ, 2 ਜਿਪਸੀਆਂ ਦਿੱਤੀਆਂ ਹੋਈਆਂ। ਤੁਸੀਂ ਵੀ ਤਾਂ ਪਰਿਵਾਰਵਾਦ ਨੂੰ ਬੜਾਵਾ ਦੇ ਰਹੇ ਹੋ। ਤੁਸੀਂ ਕੀ ਵੱਖਰਾ ਕਰ ਰਹੇ ਹੋ? ਤੁਸੀਂ ਕਹਿੰਦੇ ਅਸੀਂ ਸਿਆਸਤ ਬਦਲਣ ਆਏ ਆ। ਸਿਆਸਤ ਬਦਲਣ ਕਿੱਥੇ ਆਏ ਆ? ਸਿਆਸਤ ਹੋਰ ਗੰਦਲੀ ਕਰਨ ਆ ਗਏ ਤੁਸੀਂ। ਸਿਆਸਤ ਨੂੰ ਚੇਂਜ ਥੋੜੀ ਕੀਤਾ। ਮੰਤਰੀ ਸਾਹਿਬ ਝਟਕਾਤੇ, ਤੁਹਾਨੂੰ ਇਹ ਬਦਲੀ ਹੋਈ ਸਿਆਸਤ ਨਹੀਂ ਲੱਗੀ? ਡਰਾਮਾ ਹੈ ਇਹ ਤਾਂ। ਪਹਿਲਾਂ ਵੀ ਝਟਕਾਇਆ ਸੀ ਕੇਜਰੀਵਾਲ ਨੇ ਦਿੱਲੀ 'ਚ। ਇਹ ਡਰਾਮਾ ਹੈ, ਸਿਆਸੀ ਡਰਾਮਾ ਹੈ। ਹਾਂ, ਕਰਪਸ਼ਨ ਬੰਦ ਹੋਣੀ ਚਾਹੀਦੀ ਆ, ਪਰ ਬੰਦ ਕਿੱਥੇ ਹੋਈ ਆ? ਤੁਸੀਂ ਕਹਿੰਦੇ ਸੀ ਇਲੈਕਸ਼ਨ ਤੋਂ ਪਹਿਲਾਂ, ਤੁਹਾਡਾ ਅੱਜ ਦਾ ਸਿੱਖਿਆ ਮੰਤਰੀ ਇਲੈਕਸ਼ਨ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਜਿਹੜੇ 1800 ਪਟਵਾਰੀ ਆ ਰਿਟਾਇਰ ਹੋਏ ਆ, ਉਹਨਾਂ ਦੀ ਜਗ੍ਹਾ ਤੇ ਨਵੇਂ ਨੌਜਵਾਨ ਭਰਤੀ ਕਰਾਂਗੇ। ਤੁਸੀਂ 1800 ਹੀ ਰੱਖ ਲਏ। ਇਹ ਕਰਪਸ਼ਨ ਨਹੀਂ? ਤੁਸੀਂ ਪੰਜਾਬ ਦਾ ਪੈਸਾ ਪੰਜਾਬ ਦੇ ਮੀਡੀਆ ਨੂੰ ਦੇਣਾ ਬਣਦਾ ਹੈ। ਪੰਜਾਬ ਦੇ ਮੀਡੀਆ ਨੂੰ ਹਰੇਕ ਪਾਰਟੀ ਦਿੰਦੀ ਹੈ। ਮੈਂ ਨਹੀਂ ਇਸ ਗੱਲ ਨੂੰ, ਕਈ ਸਾਡੇ ਸਿਆਸੀ ਲੀਡਰ ਇਸ ਗੱਲ ਨੂੰ ਗਲਤ ਗਿਣਦੇ ਆ ਕਿ ਜੀ ਇਹ ਪੈਸਾ ਇਸ਼ਤਿਹਾਰਾਂ ਤੇ ਦੇ ਰਿਹਾ। ਦੇਣਾ ਬਣਦਾ ਭਾਈ, ਦੇਈ ਜਾਣ। ਸਾਰੇ ਦਿੰਦੇ ਆਏ ਆ, ਵੱਖਰਾ ਤਾਂ ਨਹੀਂ ਕਰ ਰਹੇ। ਦੇ ਤਾਂ ਚੱਲ ਤਾਂ ਉਸੇ ਲਈ ਤੇ ਰਹੇ ਆ। ਪਰ ਪੰਜਾਬ ਤੋਂ ਬਾਹਰਲੇ ਮੀਡੀਆ ਨੂੰ 300-400 ਕਰੋੜ ਰੁਪਈਆ ਲਟਾਉਣਾ, 350 ਕਰੋੜ ਰੁਪਈਆ, ਇਹ ਨਹੀਂ ਤੁਕ ਬਣਦੀ। ਮੈਨੂੰ ਸਮਝ ਆਈ ਕਿਉਂ? ਹੁਣ ਤੁਸੀਂ ਦੱਸੋ ਵੱਖਰਾ ਕੀ ਕਰ? ਗੁਜਰਾਤ 'ਚ ਚੋਣਾਂ ਹੋ ਰਹੀਆਂ, ਗੁਜਰਾਤ ਦੇ ਅਖਬਾਰਾਂ 'ਚ ਇਸ਼ਤਿਹਾਰ ਦੇਖੋ ਕਿੱਡੇ ਵੱਡੇ ਆ। ਹਿਮਾਚਲ ਚੋਣਾਂ ਹੋ ਰਹੀਆਂ, ਹਿਮਾਚਲ 'ਚ ਇਸ਼ਤਿਹਾਰ ਵੱਡੇ। ਹਾਂ ਯਾਰ, ਪੰਜਾਬੀਆਂ ਨੂੰ ਦਿਓ। ਪੰਜਾਬ ਦੇ ਅਖਬਾਰ ਆ, ਪੰਜਾਬ ਦਾ ਇਲੈਕਟ੍ਰੋਨਿਕ ਮੀਡੀਆ, ਪੰਜਾਬ ਦੇ ਨੌਜਵਾਨਾਂ ਨੇ ਆਪਦੇ, ਤੁਹਾਡੇ ਵਰਗਿਆਂ ਨੇ ਘਾਟੇ ਖਾ ਕੇ ਵੀ ਆਪਦੇ ਚੈਨਲ, ਸਾਡੀ ਆਵਾਜ਼ ਬੁਲੰਦ ਰੱਖੀ ਆ ਪੰਜਾਬੀਆਂ ਦੀ। ਕਿਸਾਨਾਂ ਦਾ ਹੋਕਾ ਤੁਸੀਂ, ਨਗਾਰਾ ਤੁਸੀਂ ਵਜਾਇਆ ਉੱਥੇ। ਗੂੰਗੀ ਬੋਲੀ ਸਰਕਾਰ ਜਗਾਉਣ ਵਾਲੇ ਤੁਸੀਂ ਲੋਕ ਹੋ। ਤੁਹਾਡੇ ਵਰਗੇ ਕਈ ਹੋਰ ਭਰਾ ਸੀਗੇ ਤੇ ਜਿਨ੍ਹਾਂ ਨੇ ਘਾਟੇ ਵੀ ਝੱਲੇ ਆ। ਪਰਚੇ 7-8 ਪਰਚੇ ਤੁਸੀਂ ਕਰਾਈ ਬੈਠੇ ਹੋ। ਮੈਂ ਪੜ੍ਹਿਆ ਤੁਹਾਡਾ, ਤੇ ਵੀ ਮੈਂ ਤੁਹਾਨੂੰ ਫੋਨ ਵੀ ਕੀਤਾ ਉਸ ਦਿਨ, ਪੁੱਛਿਆ। ਤੁਸੀਂ ਕਿਹਾ ਕੋਈ ਨਹੀਂ ਬਰਾੜ ਸਾਹਿਬ, ਜੇ ਅਸੀਂ ਪੰਜਾਬ ਲਈ ਖੜਾਂਗੇ ਤੇ ਇੰਨੇ ਕੁ ਘਾਟੇ ਤਾਂ ਝੱਲਣੇ ਪੈਣੇ ਆ। ਤੇ ਤੁਹਾਡੇ ਵਰਗੇ ਲੋਕਾਂ ਦੀ ਹੈਲਪ ਕਰਨੀ ਬਣਦੀ, ਸਾਨੂੰ ਕੋਈ ਇਤਰਾਜ਼ ਨਹੀਂ। ਇਸ ਗੱਲ ਦਾ ਸਾਨੂੰ ਭੋਰਾ ਵੀ ਸ਼ਿਕਵਾ ਨਹੀਂ। ਹਰੇਕ ਸਰਕਾਰ ਆਪਦੇ ਸੂਬੇ 'ਚ ਇਸ਼ਤਿਹਾਰ ਲਾਉਂਦੀ ਹੈ, ਪਰ ਜੇ ਤੁਸੀਂ ਕੰਮ 45 ਲੱਖ ਦਾ ਕਰੋ, ਸਰਕਾਰ ਕੰਮ 45 ਲੱਖ ਦਾ ਕਰੇ ਤੇ ਇਸ਼ਤਿਹਾਰ ਲਾਵੇ 4 ਕਰੋੜ ਦਾ, ਤੇ ਇਹਦਾ ਫਿਰ ਕੰਮ ਕਰਨ ਦਾ ਕੀ ਫਾਇਦਾ? ਕੰਮ ਦਿਸਦਾ ਆ ਤੁਹਾਡਾ। ਜੇ ਤੁਸੀਂ ਚੰਗਾ ਕਰੋਗੇ, ਚੰਗਾ ਕੰਮ ਲੁਕਦਾ ਨਹੀਂ ਸਿਮਰਨ। ਚੰਗਾ ਕੰਮ ਤਾਂ ਲੋਕਾਂ 'ਚ ਆ ਹੀ ਜਾਣਾ। ਚੰਗੀ ਸੋਚ ਅੱਗ ਵਾਂਗੂ ਫੈਲਦੀ ਆ। ਸਾਡਾ ਨੌਜਵਾਨ ਸੀਗਾ, ਅੱਜ ਸਾਡੀ ਪੰਜਾਬ ਦੀ ਜਵਾਨੀ ਉਹਨੂੰ ਸ਼ਹੀਦ ਦਾ ਦਰਜਾ ਦੇਈ ਜਾਂਦੀ ਆ, ਦੀਪ ਸਿੱਧੂ ਨੂੰ। ਅੱਗ ਵਾਂਗੂ ਫੈਲ ਗਈ ਉਹਦੀ ਪ੍ਰਸਿੱਧੀ, ਅੱਗ ਵਾਂਗੂ ਫੈਲ ਗਏ ਉਹਦੇ ਬੋਲ, ਉਹਦੇ ਸ਼ਬਦ ਅਸਰ ਕਰਦੇ ਗਏ ਨੌਜਵਾਨਾਂ ਦੇ ਅੰਦਰ, ਘਰ ਕਰ ਗਏ। ਅੱਜ ਉਹਦੀ ਖਾਤਰ, ਉਹਦੇ ਜਾਣ ਤੋਂ ਬਾਅਦ
20 ਨੌਜਵਾਨ ਉਹਦੀ ਖਾਤਰ ਲੜਦੇ ਨਜ਼ਰ ਆਉਂਦੇ ਆ, ਸੜਕਾਂ ਮੁਜ਼ਾਹਰਿਆਂ ਧਰਨਿਆਂ ਦੇ ਵਿੱਚ ਘੇਰਦੇ ਨਜ਼ਰ ਆਉਂਦੇ ਆ, ਜਿਨ੍ਹਾਂ ਨੇ ਉਹਨੂੰ ਪੁੱਠਾ ਬੋਲਿਆ ਸੀ। ਤੁਹਾਡੇ 'ਚ ਕੁਆਲਿਟੀ ਹੋਣੀ ਚਾਹੀਦੀ ਹੈ, ਤੁਹਾਨੂੰ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਬਿਲਕੁਲ, ਬਹੁਤ ਧੰਨਵਾਦ ਬਰਾੜ ਸਾਹਿਬ, ਤੁਸੀਂ ਸਮਾਂ ਦਿੱਤਾ ਔਰ ਇਹਨਾਂ तमाम ਇਸ਼ੂਜ਼ ਦੇ ਉੱਤੇ ਗੱਲਬਾਤ ਕੀਤੀ। ਅਕਸਰ ਸਿਆਸਤਦਾਨ ਗੁਰੇਜ਼ ਕਰਦੇ ਆ, ਖਾਸ ਤੌਰ ਤੇ ਬਲੂ ਸਟਾਰ ਸੰਤਾ ਬਾਰੇ ਜ਼ਿਕਰ ਕਰਨ ਤੋਂ ਕਾਂਗਰਸੀ ਬਹੁਤ ਗੁਰੇਜ਼ ਕਰਦੇ ਆ। ਤੁਸੀਂ ਸਮਾਂ ਦਿੱਤਾ, ਬਹੁਤ ਸ਼ੁਕਰੀਆ। ਇਹ ਇੱਕ ਧਾਰਨਾ ਬਣੀ ਹੋਈ ਹੈ ਵੈਸੇ ਹੀ ਕਿ ਗੁਰੇਜ਼ ਕਰਦੇ, ਜਿਹਨੂੰ ਸਮਝ ਨਹੀਂ, ਜਿਹਨੂੰ ਜਾਣਕਾਰੀ ਨਹੀਂ ਇਸ ਵਿਸ਼ੇ ਦੀ, ਉਹ ਗੁਰੇਜ਼ ਕਰਦਾ, ਜਿਹਨੂੰ ਪਤਾ ਹੀ ਨਹੀਂ। ਮੈਂ ਤਾਂ ਤੁਹਾਡੇ ਰਾਹੀਂ ਫਿਰ ਕਹਿਣਾ, ਮੈਂ ਹਮੇਸ਼ਾ ਕਹਿੰਦਾ ਰਿਹਾ ਮੀਡੀਆ ਰਾਹੀਂ, ਸੁਖਬੀਰ ਬਾਦਲ, ਪ੍ਰਕਾਸ਼ ਬਾਦਲ, ਹਰਸਿਮਰਤ ਬਾਦਲ, ਬਿਕਰਮ ਮਜੀਠੀਆ ਜਾਂ ਇਹ ਵਲਟੋਹੇ ਵਰਗੇ ਹੋਰ ਜਿੰਨੇ ਵੀ ਇਹਨਾਂ ਦੇ ਹੈਗੇ ਆ, ਜਿਹੜੇ ਵੀ ਸਿੱਖ ਸਿਆਸਤ ਦੀ ਸਮਝ ਰੱਖਦੇ ਆ, ਜਦੋਂ ਮਰਜ਼ੀ ਜਿੱਥੇ ਮਰਜ਼ੀ ਬੈਠ ਜਾਣ, ਕਮਲਜੀਤ ਸਿੰਘ ਇਕੱਲਾ ਆਊਗਾ ਤੇ ਬੈਠ ਕੇ ਤੁਹਾਡੇ ਨਾਲ ਗੁਰਬਾਣੀ ਤੇ ਵੀ ਵਿਚਾਰ ਕਰ ਲਾਂਗੇ ਆਪਾਂ, ਕਿਉਂਕਿ ਗੁਰਬਾਣੀ ਤੇ ਬਹਿਸ ਨਹੀਂ ਹੁੰਦੀ, ਗੁਰਬਾਣੀ ਤੇ ਵਿਚਾਰਾਂ ਹੁੰਦੀਆਂ। ਆਪਾਂ ਵਿਚਾਰ ਕਰ ਲਾਂਗੇ ਤੇ ਸਿਆਸਤ ਤੇ ਆਪਾਂ ਬਹਿਸ ਕਰ ਲਾਂਗੇ, 84 ਤੇ ਕਰ ਲਾਂਗੇ ਬਹਿਸ ਆਪਾਂ, ਜਾਂ ਹੋਰ ਕਿਸੇ ਵੀ ਮਸਲੇ ਤੇ, ਕਿਸੇ ਵੀ ਮੁੱਦੇ ਤੇ। ਆਪਣਾ ਖੁੱਲਾ ਚੈਲੰਜ ਹੈ ਇਹਨਾਂ ਨੂੰ, ਕਾਲੀਆਂ ਨੂੰ, ਜਮਾ ਖੁੱਲਾ। ਜਿੱਥੇ ਕਹਿਣਗੇ ਕਮਲਜੀਤ ਸਿੰਘ ਉੱਥੇ ਜਾ ਕੇ ਕਰ ਲਊਗਾ, ਘਰੇ ਵੀ ਚਲਾ ਜਾਊਗਾ ਬਾਦਲਾਂ ਦੇ ਵੀ, ਉੱਥੇ ਕਰ ਲਓ, ਮੀਡੀਆ ਬੁਲਾਓ, ਆਪਾਂ ਉੱਥੇ ਕਰ ਲਾਂਗੇ। ਮਤਲਬ ਤੁਹਾਨੂੰ ਇਹਦੇ ਬਾਰੇ ਜਿਹਨੂੰ ਜਾਣਕਾਰੀ ਨਹੀਂ ਉਹ ਭੱਜੂ ਇਹ ਤੋਂ। ਤੁਸੀਂ ਕਹਿੰਦੇ ਹੋ ਨਾ ਵੀ ਤੁਸੀਂ ਜਵਾਬ ਦਿੱਤੇ ਆ, ਮੈਂ ਤਾਂ ਜਵਾਬ ਦਿੱਤਾ, ਮੈਨੂੰ ਪਤਾ ਹੈ ਅੰਦਰ ਕੀ ਆ ਤੇ ਬਾਹਰ ਕੀ ਆ, ਕਰਨ ਕਰਾਉਣ ਵਾਲਾ ਕੌਣ ਆ ਤੇ ਦੋਸ਼ੀ ਸਾਬਤ ਕਿਹਨੂੰ ਕਰਨਾ ਸੀ। ਦੋਸ਼ੀ ਗਰਦਾਨ ਤੇ ਹੋਰ, ਕਰਾਇਆ ਕਿਸੇ ਹੋਰ ਨੇ, ਸਿੱਖ ਆਗੂ ਬਣਨ ਦੀ ਹੋੜ ਕਿਸੇ ਹੋਰ 'ਚ ਸੀ। ਕੋਈ ਨੀ, ਅੱਗੇ ਪਿੱਛੇ ਮਿਲਦੇ ਰਵਾਂਗੇ, ਹੋਰ ਗੱਲਾਂ ਕਰਾਂਗੇ ਫਿਰ ਵਿਚਾਰ। ਤੁਹਾਡਾ ਧੰਨਵਾਦ, ਤੁਸੀਂ ਚੱਲ ਕੇ ਆਏ ਹੋ ਮੇਰੇ ਭਰਾ ਹੋ, ਤੇ ਪ੍ਰਮਾਤਮਾ ਤੁਹਾਡੇ ਵਰਗੇ ਭਰਾਵਾਂ ਨੂੰ ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਲਈ ਖੜਦੇ ਆ, ਘਾਟੇ ਜਰ ਕੇ ਵੀ ਪੰਜਾਬ ਲਈ ਖੜਦੇ ਆ, ਤੇ ਇਹਨਾਂ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ। ਤੇ ਇਹਨਾਂ ਰੁਝੇ ਆ ਜਿਹੜੇ ਪਏ ਆ ਥੋੜੇ ਬਹੁਤ ਕਹਿੰਦੇ ਹੁੰਦੇ ਆ ਰੁਝੇਵੇਂ, ਇਹਨਾਂ 'ਚੋਂ ਵਾਹਿਗੁਰੂ ਤਾਕਤ ਦੇ ਕੇ ਆਪੇ ਕੱਢੇ ਤੁਹਾਨੂੰ ਬਾਹਰ। ਬਹੁਤ ਧੰਨਵਾਦ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।